ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਇਸ ਵਕਤ ਬਲਜੀਤ ਸਿੰਘ ਜੀ ਸਿਰਸਾ ਜੁੜ ਗਏ ਨੇ। ਬਲਜੀਤ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਲਜੀਤ ਜੀ, ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ, ਕੀ ਉਹਨਾਂ ਦੀ ਸਟ੍ਰੈਟਜੀ ਹੈ, 32 ਕਿਸਾਨ ਯੂਨੀਅਨਸ ਵੱਲੋਂ ਕੀ ਫੈਸਲੇ ਲਏ ਜਾ ਰਹੇ ਨੇ, ਅੰਦੋਲਨ ਘਰ ਵਾਪਸੀ ਕਦੋਂ ਹੋ ਰਹੀ ਹੈ ਜਿੱਤ ਦੇ ਝੰਡੇ ਕੱਢ ਕੇ? ਜੀ ਦੇਖੋ, ਕੱਲ ਜਦੋਂ ਦਾ ਸਦਨ ਦੇ ਵਿੱਚ ਬਿੱਲ ਪਾਸ ਹੋਇਆ ਔਰ ਸਭ ਨੇ ਆਪਣੇ ਆਪਣੇ ਮੋਬਾਈਲਾਂ ਤੇ ਜਾਂ ਟੀਵੀ ਤੇ ਸਿੱਧੀ ਕਾਰਵਾਈ ਲੋਕ ਸਭਾ ਦੀ ਦੇਖੀ, ਉਸ ਤੋਂ ਬਾਅਦ ਰਾਜ ਸਭਾ ਦੀ ਦੇਖੀ, ਤਾਂ ਉਹਨਾਂ ਨੇ ਉਦੋਂ ਹੀ ਜਕਾਰੇ ਛੱਡਣੇ ਸ਼ੁਰੂ ਕਰਤੇ, ਪਟਾਕੇ ਚਲਾਏ, ਮਿਠਾਈਆਂ ਵੰਡੀਆਂ ਔਰ ਖੁਸ਼ੀ ਜ਼ਾਹਰ ਕੀਤੀ ਕਿ ਜੋ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਸੀ, ਉਸ ਤੋਂ ਬਾਅਦ ਉਹਨੂੰ ਕੈਬਨਿਟ 'ਚ ਪਾਸ ਕੀਤਾ ਸੀ, ਉਹਨਾਂ ਸਾਰੇ ਪ੍ਰਸਤਾਵਾਂ ਨੂੰ ਕੱਲ ਜਿਹੜਾ ਹੈ ਉਹ ਮਨਜ਼ੂਰੀ ਦੇ ਦਿੱਤੀ ਗਈ ਹੈ ਦੋਨੋਂ ਸਦਨਾਂ ਵੱਲੋਂ। ਇਸ ਕਰਕੇ ਉਹਨਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਹੈ। ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਜਿਹੜੀ ਕਿਸਾਨਾਂ ਦੀ ਸਪੋਰਟ ਵਾਸਤੇ ਆਈਆਂ ਸੀ, ਉਹਨਾਂ ਨੇ ਤਾਂ 2 ਦਿਨ ਪਹਿਲਾਂ ਹੀ ਇਹ ਅਨਾਉਂਸ ਕਰਤਾ ਸੀ ਵੀ ਬੁੱਧਵਾਰ ਨੂੰ ਅਸੀਂ ਘਰ ਪਰਤਾਂਗੇ, ਵੀ ਨਗਰ ਕੀਰਤਨ ਪ੍ਰਦਰਸ਼ਨ ਕਰਦੇ ਹੋਏ, ਪੂਰਾ ਸ਼ਕਤੀ ਪ੍ਰਦਰਸ਼ਨ ਦਿਖਾਉਂਦੇ ਹੋਏ ਪੰਜਾਬ ਨੂੰ ਵਾਪਸੀ ਕਰਾਂਗੇ ਔਰ ਦਿਖਾਵਾਂਗੇ ਕਿ ਕਿਸਾਨਾਂ ਦੀ ਜਿੱਤ ਹੋਈ ਹੈ। 4 ਦਸੰਬਰ ਦੀ ਬੈਠਕ ਉਲੀਕੀ ਗਈ ਸੀ ਸੰਯੁਕਤ ਕਿਸਾਨ ਮੋਰਚਾ ਦੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਇਹਨਾਂ ਕਿਸਾਨ ਨੇਤਾਵਾਂ ਨੂੰ ਇੰਨੀ ਜਲਦੀ ਲੱਗ ਹੀ ਨਹੀਂ ਸੀ ਰਿਹਾ ਕਿ ਪਹਿਲੇ ਦਿਨ ਸੈਸ਼ਨ 'ਚ 29 ਨੂੰ ਸੈਸ਼ਨ ਸ਼ੁਰੂ ਹੋਏਗਾ ਔਰ ਉਸੇ ਦਿਨ ਹੀ ਸਾਰੀ ਕਾਰਵਾਈ ਹੋ ਜਾਏਗੀ। ਉਹਨਾਂ ਨੂੰ ਸੀ ਵੀ ਫਿਰ ਵੀ ਜਿਹੜਾ ਹੈ ਪੇਪਰ ਵਰਕ ਹੈ, 2-3 ਦਿਨ ਸ਼ਾਇਦ ਲੱਗ ਜਾਣਗੇ ਤਾਂ ਕਰ, ਲੇਕਿਨ ਇਹ ਸਰਕਾਰ ਨੇ ਬਿਲਕੁਲ ਜਿਹੜੀ ਚੁਸਤੀ ਦਿਖਾਈ ਔਰ ਬਹੁਤ ਜਲਦੀ ਫੈਸਲੇ ਕੀਤੇ। ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ 1 ਤਰੀਕ ਨੂੰ ਕੱਲ ਫਿਰ ਬੈਠਕ ਬੁਲਾਈ ਗਈ ਹੈ ਸੰਯੁਕਤ ਕਿਸਾਨ ਮੋਰਚਾ ਦੀ, ਵੀ ਅੱਗੋਂ ਕਿਵੇਂ ਪ੍ਰੋਗਰਾਮ ਉਲੀਕਿਆ ਜਾਏ, ਕਿਉਂਕਿ 32 ਕਿਸਾਨ ਮੋਰਚੇ ਜਿਹੜੇ ਨੇ, 32 ਕਿਸਾਨ ਜਥੇਬੰਦੀਆਂ, ਉਹ ਵਾਪਸੀ ਵਾਸਤੇ ਤਿਆਰ ਨੇ। ਲੇਕਿਨ ਕੁਝ ਜਿਹੜੀਆਂ ਹੋਰ ਬਚਦੀਆਂ ਨੇ ਉਹ ਕਹਿ ਰਹੀਆਂ ਨੇ ਕਿ ਆਪਾਂ MSP ਤੇ ਕਾਨੂੰਨ ਬਣਵਾਈਏ ਜਾਂ ਬਾਕੀ ਗੱਲਾਂ ਵਾਸਤੇ ਗੱਲਬਾਤ ਕਰੀਏ, ਸਰਕਾਰ ਬਣਾਵੇ ਔਰ ਫਿਰ ਅਸੀਂ ਘਰ ਪਰਤਣ ਦੀ ਗੱਲ ਕਰੀਏ, ਨਹੀਂ ਤਾਂ ਇਹ ਅੱਜ ਅਗਰ ਇੱਥੋਂ ਉੱਠ ਗਏ ਤਾਂ ਦੁਬਾਰਾ ਇੱਥੇ ਕਿਸੇ ਨੇ ਨਹੀਂ ਬੈਠਣ ਦੇਣਾ। ਲੇਕਿਨ ਦੇਖੋ ਜੀ, ਇਸ ਗੱਲ ਦੇ ਵਿੱਚ ਅਗਰ ਆਪਾਂ ਜਿਹੜਾ ਹੈ ਕਾਨੂੰਨੀ ਨੁਕਤੇ ਦੀ ਗੱਲ ਕਰੀਏ ਤਾਂ MSP ਨੂੰ ਕਾਨੂੰਨ ਬਣਾਉਣ ਵਾਸਤੇ ਪੂਰਾ ਪ੍ਰਾਰੂਪ ਬਣਾਉਣਾ ਪਏਗਾ, ਕਿਉਂਕਿ ਹਰ ਸਟੇਟ ਦੇ ਵਿੱਚ ਫਸਲਾਂ ਜਿਹੜੀਆਂ ਨੇ ਅੱਡ-ਅੱਡ ਤਰ੍ਹਾਂ ਦੀਆਂ ਨੇ। ਜਿਹੜੀ ਗੇਹੂੰ, ਨਰਮਾ ਵਗੈਰਾ ਹੈ, ਉਹਨਾਂ ਦੀ ਤਾਂ MSP ਤੈਅ ਹੈ, ਉਹਨਾਂ ਨੂੰ ਹਰ ਵਾਰੀ ਜਿਹੜਾ ਹੈ ਥੋੜਾ ਜਿਹਾ ਬੋਨਸ ਵੀ ਦਿੱਤਾ ਜਾਂਦਾ ਹੈ। ਲੇਕਿਨ ਕੁਝ ਸਟੇਟਾਂ ਦੇ ਵਿੱਚ, ਹਰ ਸਟੇਟ ਦੇ ਵਿੱਚ ਆਪਣੀ ਪੈਦਾਵਾਰ ਹੁੰਦੀ ਹੈ। ਹਰ ਸਟੇਟ ਗਵਰਨਮੈਂਟ ਤੋਂ ਰਿਪੋਰਟ ਲੈਣੀ ਪਏਗੀ ਵੀ ਕਿੱਥੋਂ ਕਿੰਨੀ ਪੈਦਾਵਾਰ ਹੁੰਦੀ, ਕਿੱਥੇ ਬਾਜਰਾ ਹੁੰਦਾ ਹੈ, ਕਿੱਥੇ ਧਾਨ ਹੁੰਦਾ ਹੈ, ਕਿੱਥੇ ਕਣਕ ਹੁੰਦੀ ਹੈ, ਕਿੱਥੇ ਨਰਮਾ ਹੈ ਜਾਂ ਹੋਰ ਮੱਕਾ ਹੈ, ਗਵਾਰ ਹੈ, ਜਿੰਨੀਆਂ ਵੀ ਤਰ੍ਹਾਂ ਦੀਆਂ ਫਸਲਾਂ ਨੇ। ਕਿਉਂਕਿ ਘੱਟੋ ਘੱਟ ਹੋਰ ਨਹੀਂ ਤਾਂ 250 ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ, ਉਹ ਪੂਰੇ ਹਿੰਦੁਸਤਾਨ ਦੇ ਅੱਡ-ਅੱਡ ਥਾਵਾਂ 'ਚ ਅੱਡ-ਅੱਡ ਮਾਹੌਲ ਔਰ ਵਾਤਾਵਰਨ ਦੇ ਹਿਸਾਬ ਨਾਲ ਫਸਲਾਂ ਹੁੰਦੀਆਂ ਨੇ। ਉਹਨਾਂ ਸਾਰੀਆਂ ਤੇ MSP ਬਣਾਉਣ ਵਾਸਤੇ, MSP ਦਾ ਕਾਨੂੰਨ ਆਏਗਾ ਤਾਂ ਸਾਰੀਆਂ ਫਸਲਾਂ ਵਾਸਤੇ ਆਏਗਾ। ਉਹਨਾਂ ਵਾਸਤੇ ਹਰ ਸਟੇਟ ਤੋਂ ਰਿਪੋਰਟ ਲੈਣੀ ਪਏਗੀ, ਬਲਕਿ ਆਯੋਗ ਗਠਨ ਕਰਨਾ ਪਏਗਾ। ਬਲਕਿ ਕਿਸਾਨ ਨੇਤਾਵਾਂ ਨੂੰ ਚਾਹੀਦਾ ਹੈ ਕਿ ਹੁਣ ਲੱਗੇ ਹੱਥੀ ਕਿਸਾਨ ਆਯੋਗ ਦਾ ਗਠਿਤ ਕਰਾ ਲੈਣਾ ਚਾਹੀਦਾ ਹੈ। ਉਹ ਕਿਸਾਨ ਆਯੋਗ ਦੇ ਵਿੱਚ ਹੀ MSP ਦੀ ਗੱਲ ਆਵੇ, ਕਿਸਾਨੀ ਨਾਲ ਜਿੰਨੇ ਵੀ ਸੰਬੰਧਿਤ ਮੁੱਦੇ ਨੇ, ਇਹਦੇ ਇਲਾਵਾ ਹੋਰ ਵੀ ਟਾਈਪ ਦੇ ਜੋ ਕੋਈ ਮੁੱਦੇ ਆਉਂਦੇ ਨੇ, ਉਹ ਸਾਰੇ ਮੁੱਦਿਆਂ ਦਾ ਹੱਲ ਜਿਹੜਾ ਹੈ ਉਹ ਉਹਦੇ ਵਿੱਚ ਹੋਣਾ ਚਾਹੀਦਾ ਹੈ। ਕਿਸਾਨ ਆਯੋਗ ਦਾ ਅਗਰ ਗਠਨ ਹੋ ਜਾਏ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਇਸ਼ਾਰਾ ਵੀ ਦਿੱਤਾ ਹੈ ਕਿ ਕੋਈ ਨਾ ਕੋਈ ਆਯੋਗ ਬਣਾ ਕੇ ਜਾਂ ਕੋਈ ਅਕੈਡਮੀ ਬਣਾ ਕੇ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਏਗਾ ਤਾਂ ਕਿ ਕਿਸਾਨੀ ਨੂੰ ਜਿੰਦਾ ਰੱਖਣ ਵਾਸਤੇ ਪੂਰੀ ਮਦਦ ਸਰਕਾਰ ਕਰ ਸਕੇ ਔਰ ਸਰਕਾਰ ਨੂੰ ਕਿਸੇ ਤਰ੍ਹਾਂ ਦੀਆਂ, ਸਰਕਾਰ ਨੂੰ ਵੀ ਦਿੱਕਤਾਂ ਨਾ ਆਉਣ, ਕਿਸਾਨਾਂ ਨੂੰ ਵੀ ਦਿੱਕਤਾਂ ਨਾ ਆਉਣ। ਬਿਲਕੁਲ। ਇਹਦੇ ਕਿਸਾਨ ਆਯੋਗ ਅਗਰ ਦਾਨੇਵਾਲੀਆ ਜੀ ਬਣ ਜਾਂਦਾ ਹੈ, ਇਹ ਬਹੁਤ ਹਿੰਦੁਸਤਾਨ ਵਾਸਤੇ ਅੱਛੀ ਗੱਲ ਹੋਏਗੀ ਔਰ ਕਿਸਾਨਾਂ ਵਾਸਤੇ ਬਹੁਤ ਅੱਛੀ ਗੱਲ ਹੋਏਗੀ। ਇਹਦੇ ਵਿੱਚ ਨਾ ਹੋਰ ਇੱਕ ਚੀਜ਼ ਹੈ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈਗੀ ਹੈ, ਇਹਦੇ ਵਿੱਚ 2 ਚੀਜ਼ਾਂ ਨੇ, ਕਿਉਂਕਿ ਇਹ ਤਾਂ ਹੈ ਨਹੀਂ ਵੀ ਸਰਕਾਰ ਹਰ ਚੀਜ਼ ਨੂੰ ਖਰੀਦੂਗੀ। ਇਹ ਵੀ ਇੱਕ ਬਹੁਤ ਗਲਤ ਪ੍ਰਚਾਰ ਹੋ ਰਿਹਾ। ਜਿਹੜੀ ਅਸਲ ਦੇ ਵਿੱਚ ਕਿਸਾਨ ਮੰਗ ਕਰ ਰਹੇ ਨੇ ਕਿ ਜੇਕਰ ਸਾਡਾ ਕੋਈ ਵਪਾਰੀ ਪ੍ਰਾਈਵੇਟ ਵੀ ਖਰੀਦਦਾ
ਤਾਂ ਉਹ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦੇ। ਇਹ ਨਹੀਂਗਾ ਵੀ ਉਹ ਘੱਟ ਖਰੀਦੇ, ਕਿਉਂਕਿ ਸਰਕਾਰ ਖਰੀਦਦੀ ਹੈ ਨਹੀਂ ਖਰੀਦਦੀ, ਪਰ ਵਪਾਰੀ ਤਾਂ ਜ਼ਰੂਰ ਇਸ ਮੁੱਲ ਦੇ ਤਾਂ ਜਿਹੜਾ ਉਹਦਾ ਕੀ ਕਹਿੰਦੇ ਸ਼ੋਸ਼ਣ ਨਾ ਹੋਵੇ। ਇਹ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਨੂੰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਸਰਕਾਰ ਨਾਲ ਜੁੜੇ ਬੰਦੇ ਜਿਹੜੇ ਨੇ ਉਹ ਗਲਤ ਪ੍ਰਚਾਰ ਤੇ ਮਿਸਲੀਡ ਵੀ ਕਰ ਰਹੇ ਨੇ ਇਸ ਮੰਗ ਨੂੰ। ਬਿਲਕੁਲ ਤੁਸੀਂ ਲਾਈਨਵਾਲੀਆ ਜੀ ਸਹੀ ਕਹਿ ਰਹੇ ਹੋ, ਕਿਉਂਕਿ ਸਰਕਾਰਾਂ ਦੀ ਵੀ ਇੱਕ ਲਿਮਿਟ ਹੈ ਸਟਾਕ ਖਰੀਦਣ ਦੀ। ਹੁਣ ਪਿੱਛੋਂ ਕਰੋਨਾ ਦੇ ਵਿੱਚ ਸਰਕਾਰ ਨੇ ਗੇਹੂੰ ਦੇ ਗੋਡਾਊਨ ਖਾਲੀ ਕਰ ਦਿੱਤੇ ਲੋਕਾਂ ਨੂੰ ਵੰਡਣ ਦੇ ਵਿੱਚ, ਲੇਕਿਨ ਐਤਕੀ ਵੀ ਬੰਪਰ ਫਸਲ ਦੀ ਉਮੀਦ ਹੈ। ਹਰ ਵਾਰੀ ਜੋ ਹੈ ਉਹ ਸਰਕਾਰ ਇੰਨਾ ਜ਼ਿਆਦਾ ਨਹੀਂ ਖਰੀਦ ਸਕਦੀ ਕਿ ਉਹਨਾਂ ਕੋਲ ਰੱਖਣ ਵਾਸਤੇ ਉਹਨੇ ਗੋਡਾਊਨ ਨਹੀਂ ਨਾ ਰਹਿਣ। ਇਸ ਕਰਕੇ ਬਾਹਰਲੇ ਵਪਾਰੀਆਂ ਨੂੰ ਵੀ ਖਰੀਦਣਾ ਪਏਗਾ, ਕੁਝ ਇੰਪੋਰਟ ਵੀ ਹੋਏਗਾ, ਕੁਝ ਐਕਸਪੋਰਟ ਵੀ ਹੋਏਗਾ, ਹਰ ਤਰ੍ਹਾਂ ਦਾ ਮਾਮਲਾ ਹੈ। ਇਸ ਕਰਕੇ ਇਹਦੇ ਪੂਰਾ ਜਿਹੜਾ ਹੈ MSP ਦਾ ਜਿਹੜਾ ਕਾਨੂੰਨ ਆਏਗਾ ਉਹਦੇ ਚ ਪ੍ਰਾਈਵੇਟ ਦੀ ਗੱਲ ਵੀ ਜ਼ਰੂਰ ਆਏਗੀ ਕਿ ਪ੍ਰਾਈਵੇਟ ਵਪਾਰੀ ਖਰੀਦਣ ਤਾਂ ਕਿਵੇਂ ਖਰੀਦਣ, ਔਰ ਜੇ ਸਰਕਾਰ ਖਰੀਦ ਰਹੀ ਹੈ ਤਾਂ ਕਿਵੇਂ ਖਰੀਦੇਗੀ। MSP ਦਾ ਜਿਹੜਾ ਗਾਰੰਟੀ ਕਾਨੂੰਨ ਹੈ ਉਹ ਸਰਕਾਰ ਤੇ ਵੀ ਲਾਗੂ ਹੋਏਗਾ ਤੇ ਪ੍ਰਾਈਵੇਟ ਵਪਾਰੀਆਂ ਤੇ ਵੀ ਲਾਗੂ ਹੋਏਗਾ। ਬਿਲਕੁਲ, ਇਹ ਹੋਣਾ ਵੀ ਚਾਹੀਦਾ, ਕਿਉਂਕਿ ਦੇਖੋ ਕਈ ਵਾਰੀ ਤਾਂ ਹੁਣ ਦੇਖੋ ਸਰੋਂ ਦਾ 5000 ਰੁਪਏ ਦਾ ਮੁੱਲ ਹੈ ਤੇ ਵਿਕ ਰਹੀ 8-9000। ਠੀਕ ਹੈ, ਵੱਧ ਵੀ ਚੱਲੀ ਜਾਂਦੀ ਹੈ ਡਿਮਾਂਡ ਦੇ ਹਿਸਾਬ ਨਾਲ, ਪਰ ਕਈ ਵਾਰੀ ਹਾਲਾਤ ਦੇਖੋ, ਹੁਣ ਤੁਹਾਨੂੰ ਯਾਦ ਹੋਊਗਾ ਗਵਾਰੇ ਨਾਲ ਕੀ ਦੁਰਗਤੀ ਹੋਈ। ਅੱਜ ਤੋਂ 8-9 ਸਾਲ ਪਹਿਲਾਂ ਗਵਾਰਾ 10-12 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਸੀ। ਲੋਕਾਂ ਨੇ ਬੀਜਣਾ ਸ਼ੁਰੂ ਕਰਤਾ, ਮੁੜ ਕੇ ਉਹਨੂੰ ਕੋਈ 500 ਰੁਪਏ ਕੁਇੰਟਲ ਨਹੀਂ ਪੁੱਛਿਆ ਕਿਸੇ ਨੇ। ਬਿਲਕੁਲ, ਇਹ ਡਿਮਾਂਡ ਐਂਡ ਸਪਲਾਈ ਦੇ ਉੱਤੇ ਹੀ ਸਾਰੇ ਰੇਟ ਡਿਪੈਂਡ ਕਰਦੇ ਨੇ ਕਿ ਜਿਵੇਂ ਦੀ ਡਿਮਾਂਡ ਐਂਡ ਸਪਲਾਈ ਰਹੇਗੀ ਉਸ ਟਾਈਪ ਦੇ ਹੀ ਰੇਟ ਰਹਿਣਗੇ। ਇਸ ਕਰਕੇ ਮਤਲਬ ਸਿੱਧੀ ਜੀ ਗੱਲ ਹੈ ਕਿ ਅਗਰ MSP ਦਾ ਕਾਨੂੰਨ ਆਂਦਾ ਹੈ ਤੇ ਕਿਸਾਨਾਂ ਨੂੰ ਤਾਂ ਸਿੱਧੇ ਤੌਰ ਤੇ ਫਾਇਦਾ ਹੋਏਗਾ, ਸਰਕਾਰ ਦਾ ਵੀ ਬੋਝ ਘਟੇਗਾ, ਤਾਂ ਕਿ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਵੀ ਉਸ ਹਿਸਾਬ ਨਾਲ ਹੀ ਖਰੀਦ ਕਰ ਪਾਣਗੇ। ਕਿਉਂਕਿ MSP ਦਾ ਕਾਨੂੰਨ ਹੁਣ ਆ ਵੀ ਜਾਣਾ ਚਾਹੀਦਾ ਹੈ। ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਹੈ ਜੀ, ਜਿਸ ਹਿਸਾਬ ਨਾਲ ਹਰ ਚੀਜ਼ ਦੇ ਦਾਮ ਵੱਧ ਰਹੇ ਨੇ, ਉਹਦੇ ਅਕੋਰਡਿੰਗ ਫਸਲਾਂ ਦੇ ਦਾਮ ਉਹਨੇ ਜ਼ਿਆਦਾ ਨਹੀਂ ਵੱਧ ਰਹੇ। ਅੱਜ ਕੋਈ ਵੀ ਹੋਰ ਬਾਜ਼ਾਰ 'ਚ ਰਾਸ਼ਨ ਲੈਣ ਚਲੇ ਜਾਈਏ, ਕੁਝ ਪੈਟਰੋਲ ਡੀਜ਼ਲ ਹਰ ਚੀਜ਼ ਗੈਸ ਤੋਂ ਲੈ ਕੇ ਕੋਈ ਚੀਜ਼ ਨਹੀਂ ਹੈ ਜਿਹਦਾ ਇਹਨਾਂ ਪਿਛਲੇ 3 ਮਹੀਨਿਆਂ ਦੇ ਵਿੱਚ ਰੇਟ 'ਚ ਇਜ਼ਾਫੇ ਨਹੀਂ ਹੋਏ। ਲੇਕਿਨ ਫਸਲਾਂ ਇੱਕ ਐਸੀ ਚੀਜ਼ ਹੈ ਜਿਹੜੇ ਉਹੀ ਰੇਟ ਜਿਹੜੇ ਨੇ ਟ੍ਰੈਡੀਸ਼ਨਲ ਜਿਹੜੇ ਚੱਲ ਰਹੇ ਸੀ ਉਹੀ ਚੱਲ ਰਹੇ ਨੇ। ਔਰ ਕਿਸਾਨੀ ਨੂੰ ਅਗਰ ਉੱਚਾ ਚੁੱਕਣਾ, ਕਿਸਾਨਾਂ ਦਾ ਅਗਰ ਅਰਥ ਵਿਵਸਥਾ ਸੁਧਾਰਨੀ ਹੈ ਤਾਂ ਸਾਨੂੰ MSP ਦਾ ਕਾਨੂੰਨ ਵੀ ਲਿਆਉਣਾ ਪਏਗਾ ਔਰ ਕਿਸਾਨ ਆਯੋਗ ਵੀ ਬਣਾਉਣਾ ਪਏਗਾ, ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਪਏਗੀ। ਅੱਛਾ, ਇੱਕ ਹੋਰ ਚੀਜ਼ ਹੈ, ਤੁਸੀਂ ਸਿਰਸੇ ਬੈਠੇ ਹੋ, ਡੇਰਾ ਸਿਰਸਾ ਪੰਜਾਬ ਦੇ ਵਿੱਚ ਫਿਰ ਬੜਾ ਚਰਚਾ 'ਚ ਆ ਗਿਆ। ਤਾਕਤ ਦਾ ਪ੍ਰਗਟਾਵਾ ਹੋ ਰਿਹਾ ਹੈ। ਕਿਹੜੀਆਂ ਤਾਕਤਾਂ ਨੇ, ਕਿਉਂਕਿ ਡੇਰਾ ਮੁਖੀ ਤਾਂ ਬੈਠਾ ਉੱਥੇ ਸੁਨਾਰ ਗਿਆ, ਕੀ ਉਹ ਅੰਦਰੋਂ ਉਹਦੀਆਂ ਪੂਰੀਆਂ ਤਾਰਾਂ ਆਪਦੇ ਆਰਗੇਨਾਈਜੇਸ਼ਨ ਦੇ ਉੱਤੇ ਪੂਰਾ ਹੱਥ ਚੱਲ ਰਿਹਾ? ਇਹਦਾ ਮਤਲਬ ਪੂਰਾ ਇਨ ਟੱਚ ਹੈ ਵੀ ਜਿਹੜੀਆਂ ਪਾਲਿਸੀਜ਼ ਬਣ ਰਹੀਆਂ, ਕਿ ਕੋਈ ਹੋਰ ਤਾਕਤ ਹੈ ਜਿਹੜੀ ਡੇਰੇ ਦੀ ਲੀਡਰਾਂ ਨਾਲ ਗੱਲਬਾਤ ਹੋ ਰਹੀ ਹੈ? ਜੀ ਦੇਖੋ, ਜਦੋਂ ਦਾ ਉਹ ਬੇਦਬੀ ਵਾਲਾ ਮਾਮਲਾ ਸੀ ਔਰ ਉਹਦੇ ਵਿੱਚ ਡੇਰਾ ਪ੍ਰਮੁੱਖ ਤੋਂ ਪੁੱਛਤਾਛ ਕੀਤੀ ਗਈ, ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ SIT ਨੇ ਗਠਨ ਕੀਤਾ ਹਾਈ ਕੋਰਟ ਨੇ, ਔਰ ਉਹਨੇ ਜਾ ਕੇ ਪੁੱਛਤਾਛ ਕੀਤੀ। ਤੁਸੀਂ ਇਹ ਦੇਖੋ ਵੀ ਉਸ ਦਿਨ ਤੋਂ ਜਿਹੜੀਆਂ ਡੇਰੇ ਦੀਆਂ ਸਰਗਰਮੀਆਂ ਨੇ ਪੂਰੀਆਂ ਤੇਜ਼ ਹੋ ਗਈਆਂ ਨੇ, ਕਿਉਂਕਿ ਇਹਦੇ ਵਿੱਚ ਕੁਝ ਲੋਕਾਂ ਨੇ ਆਰੋਪ ਵੀ ਲਾਏ ਸੀ ਕਿ ਬਾਦਲਾਂ ਦਾ ਵੀ ਬੇਦਬੀ ਹੱਥ ਸੀ, ਡੇਰੇ ਦਾ ਵੀ ਸੀਗਾ, ਬਾਦਲਾਂ ਨੇ ਡੇਰੇ ਦੇ ਥਰੂ ਕਰਾਇਆ। ਪੋਲੀਟੀਕਲ ਬਿਆਨ ਨੇ, ਹਰ ਕੋਈ ਨੇਤਾ ਆਪਣੇ ਆਪਣੇ ਹਿਸਾਬ ਨਾਲ ਆਪਣੀ ਆਪਣੀ ਪਾਰਟੀ ਦੇ ਹਿਸਾਬ ਨਾਲ ਬਿਆਨ ਦੇ ਰਹੇ ਨੇ। ਲੇਕਿਨ ਅਗਰ ਮੈਂ ਸਾਂਝੇ ਤੌਰ ਤੇ ਸਿੱਧੀ ਜੀ ਗੱਲ ਕਰਾਂ ਤੇ ਜਦੋਂ ਦਾ ਡੇਰਾ ਪ੍ਰਮੁੱਖ ਦੀ ਪੁੱਛਤਾਛ ਹੋਈ ਹੈ, ਉੱਥੋਂ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਡਰ ਪੈ ਗਿਆ ਕਿ ਕੇਸ ਸਾਡੇ ਬਾਬੇ ਤੇ ਹੋਰ ਨਾ ਪੈ ਜਾਏ। ਪੂਰਾ ਉਸ ਹਿਸਾਬ ਨਾਲ ਇਹ ਸਕਰੀਆ ਹੋਏ ਨੇ। ਇਹਨਾਂ ਦੀ 7 ਮੈਂਬਰੀ, ਇਹਨਾਂ ਦੀ 25 ਮੈਂਬਰੀ, ਇਹਨਾਂ ਦੀ 45 ਮੈਂਬਰੀ, ਇਹ ਤਿੰਨੋਂ ਵੱਡੀਆਂ ਕਮੇਟੀਆਂ ਜਿਹੜੀਆਂ ਪੋਲੀਟੀਕਲ ਜੁੜੀਆਂ ਹੋਈਆਂ ਨੇ, ਇਹ ਪੂਰੀਆਂ ਸਕਰੀਆਂ ਨੇ। ਜਗ੍ਹਾ ਜਗ੍ਹਾ ਜਾ ਕੇ ਮੀਟਿੰਗਾਂ ਵੀ ਹੋ ਰਹੀਆਂ ਨੇ। ਬਕਾਇਦਾ ਡੇਰੇ ਦੇ ਅੰਦਰ ਐਤਕੀ ਜਿਹੜਾ ਇਹਨਾਂ ਨੇ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਇਆ, ਉਸ ਦਿਨ ਜਿਹੜਾ 19 ਨਵੰਬਰ ਦੇ ਦਿਨ ਪੂਰਾ ਰਸ਼ ਸੀਗਾ ਜੀ। ਐਤਕੀ ਕਹਿ ਕੇ ਰਸ਼ ਕੀਤਾ ਗਿਆ, ਦਿਖਾਇਆ ਗਿਆ ਕਿ ਡੇਰੇ ਦੀ ਤਾਕਤ ਦਿਖਾਉਣ ਦੀ ਗੱਲ ਕੀਤੀ ਗਈ। ਉੱਥੇ ਜਿਹੜੇ ਵਕਤਾਵਾਂ ਨੇ ਸਪੀਚ ਦਿੱਤੀਆਂ ਉਹ ਵੀ ਕੁਝ ਇਸ ਟਾਈਪ ਦੀਆਂ ਦਿੱਤੀਆਂ ਸੀ ਕਿ ਸਰਕਾਰ ਨੂੰ ਜਿਸ ਹਿਸਾਬ ਦੀ ਚੇਤਾਵਨੀ ਦਿੱਤੀ ਜਾ ਰਹੀ ਹੋਵੇ ਕਿ ਅਗਰ ਤੁਸੀਂ ਹੋਰ ਕੋਈ ਕੇਸ ਪਾਓਗੇ ਤਾਂ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਪ੍ਰਦਰਸ਼ਨ ਕਰਾਂਗੇ। ਉਹ ਬਿਲਕੁਲ ਤੁਸੀਂ ਸਹੀ ਸਵਾਲ ਚੁੱਕਿਆ। ਸ਼ਕਤੀ ਪ੍ਰਦਰਸ਼ਨ ਦੀ ਪੂਰੀ ਤਿਆਰੀ ਹੋ ਰਹੀ ਹੈ। ਇਸ ਨੂੰ ਲੈ ਕੇ ਫਿਰ ਦੇਖੋ BJP ਪ੍ਰੋਬਲਮ 'ਚ ਆ ਸਕਦੀ ਹੈ ਹਰਿਆਣੇ 'ਚ ਕਿ ਦੂਜੀਆਂ ਪਾਰਟੀਆਂ, ਕਿਉਂਕਿ ਦੇਖੋ ਪਿੱਛੇ ਜੇ ਹੁਣ ਡੇਰੇ ਵਾਲਿਆਂ ਨੇ ਵੀ ਆਪਦੀਆਂ ਜਿਹੜੀਆਂ ਵੱਖਰੀਆਂ ਪਾਲਿਸੀਜ਼ ਖੇਡ ਰਹੀਆਂ, ਵਿਕਟਰੀ ਬਣਾ ਕੇ ਵੋਟ ਪਵਾਈ ਕਿਹਨੂੰ? BJP ਨੂੰ। ਤੇ ਸਰਸਾ ਜਿੱਥੇ ਇਹਨਾਂ ਦਾ ਆਪਣਾ ਡੇਰਾ, ਉੱਥੇ ਜਿੱਤਦੇ ਨੇ ਗੈਰ BJP ਕੈਂਡੀਡੇਟ ਜੀ। ਇਹ ਵੀ ਤਾਂ ਇੱਕ ਡੁਪਲੀਕੇਸੀ ਹੋ ਗਈ। ਦੇਖੋ ਜੀ, ਉਹ ਜਿਹੜਾ ਸਿਰਸਾ ਦਾ ਇਲੈਕਸ਼ਨ ਸੀ ਉਹਦੇ ਵਿੱਚ ਪੈਸੇ ਨੇ ਬੜਾ ਜ਼ਿਆਦਾ ਪ੍ਰਭਾਵ ਜਤਾਇਆ, ਕਿਉਂਕਿ ਇਹਦੇ ਚ ਆਜ਼ਾਦ ਕੈਂਡੀਡੇਟ ਜ਼ਿਆਦਾ ਖੜੇ ਸੀਗੇ ਤੇ BJP ਦੇ ਬੰਦੇ ਨੂੰ ਤਾਂ ਵੋਟ ਹੀ ਨਹੀਂ ਆਈ ਸਿਰਸਾ ਵਾਲੇ। ਆਹੀ ਤਾਂ ਚੀਜ਼ ਹੈ ਨਾ, ਜੇ ਸਿਰਸਾ ਆਪਦੇ ਇਲਾਕੇ 'ਚ ਜੇ ਪ੍ਰਭਾਵ ਸੀ, ਪੈਸਾ ਵੀ ਲੱਗਾ ਹੁੰਦਾ, ਕੋਈ ਤਾਂ ਵੋਟ ਪੈਣੀ ਚਾਹੀਦੀ ਸੀ BJP ਨੂੰ ਜੀ। ਇਹਦੇ ਵਿੱਚ ਜ਼ਿਆਦਾ ਮਦਦ ਨਹੀਂ ਕੀਤੀ ਇਹਨਾਂ ਦੇ ਕੈਂਡੀਡੇਟ ਦੀ, ਤਾਂ ਬਲਕਿ ਜ਼ਮਾਨਤ ਜ਼ਬਤ ਹੋਈ। ਇਹਨਾਂ ਨੇ ਸੀਟਾਂ ਵੇਖ ਕੇ ਅਲੱਗ-ਅਲੱਗ ਦੇਖ ਕੇ ਉਹ ਕੀਤਾ ਵੀ ਫਲਾਣੀ ਥਾਂ ਤੇ BJP ਦੀ ਮਦਦ ਕਰ ਰਹੇ ਆ ਤੇ ਉੱਥੇ ਫਲਾਣਾ ਨਾ ਜਿੱਤ ਜਾਏ। ਇਸ ਕਰਕੇ ਇਹਨਾਂ ਦਾ ਜੋ ਪੋਲੀਟੀਕਲ ਵਿੰਗ ਹੈ ਨਾ, ਉਹਨੇ ਅਲੱਗ-ਅਲੱਗ ਸੀਟਾਂ ਤੇ ਅਲੱਗ-ਅਲੱਗ ਤਰ੍ਹਾਂ ਦੇ ਫੈਸਲੇ ਕੀਤੇ। ਵੀ ਐਵੇਂ BJP ਵਾਲਿਆਂ ਨੂੰ ਕਹਿਤਾ ਵੀ ਅਸੀਂ ਤੁਹਾਡੇ ਨਾਲ ਆ ਵੀ ਬਣਾ ਕੇ। ਹਾਂ।
ਉਸ ਤੋਂ ਬਾਅਦ ਹੁਣ ਹਰ ਡੇਰਾ ਪ੍ਰੇਮੀ ਦੇ ਹੈ ਕਿ ਅਸੀਂ ਬੀਜੇਪੀ ਦੀ ਮਦਦ ਵੀ ਕੀਤੀ ਔਰ ਬੀਜੇਪੀ ਨੇ ਸਾਡਾ ਧੋਖਾ ਵੀ ਕੀਤਾ। ਪਰ ਐ ਨਾ ਤੁਸੀਂ ਵੀ ਤਾਂ ਉਹਨਾਂ ਨਾਲ ਉਹਨਾਂ ਨਾਲ ਬਣਾ ਲਈ, ਤੁਸੀਂ ਕਿਹੜਾ ਉਹਨਾਂ ਨਾਲ ਨੰਗੇ ਧੜ ਤੁਰੇ। ਹਾਂ ਤੇ ਉਹ ਪੋਲੀਟੀਕਲ ਗੱਲਾਂ ਨੇ ਜਿਹੜਾ ਹੈ, ਲੇਕਿਨ ਮੇਨ ਇਹ ਜਿਹੜਾ ਡੇਰਾ ਪ੍ਰੇਮੀਆਂ ਦਾ ਸਕਰੀਆ ਹੋਣਾ ਔਰ ਇਹ ਸਾਰਾ ਮਾਮਲਾ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਇੱਕ ਵੀ ਕਾਨੂੰਨ ਤੇ ਹਰਿਆਣਾ ਦੀ ਸੁਰੱਖਿਆ, ਪੰਜਾਬ ਦੀ ਸੁਰੱਖਿਆ, ਦੇਸ਼ ਦੀ ਸੁਰੱਖਿਆ, ਉਸ ਚੀਜ਼ ਨੂੰ ਲੈ ਕੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ, ਸ਼ਾਸਨ ਨੂੰ ਇਸ ਗੱਲ ਦੀ CID IB ਦੀਆਂ ਗਤੀਵਿਧੀਆਂ ਤੇਜ਼ ਕਰਨੀਆਂ ਚਾਹੀਦੀਆਂ ਨੇ, ਹਰ ਗੱਲ ਤੇ ਨਿਗਾਹ ਰੱਖਣੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਨਾ ਘਟੇ, ਕਿਉਂਕਿ 2008 ਤੋਂ ਲੈ ਕੇ ਅੱਜ ਤੱਕ ਡੇਰੇ ਦਾ ਜੋ ਚੱਲਦਾ ਆਇਆ ਹੈ ਉਹ ਦੇਸ਼ ਨੇ ਵੀ ਭੋਗਿਆ ਹੈ, ਸਿਰਸਾ ਨੇ ਵੀ ਭੋਗਿਆ ਹੈ ਤੇ ਪ੍ਰਦੇਸ਼ ਨੇ ਵੀ ਭੋਗਿਆ ਹੈ। ਇਸ ਕਰਕੇ ਉਹ ਮੰਦਭਾਗੀਆਂ ਘਟਨਾ ਕੋਈ ਦੁਬਾਰਾ ਐਸੀਆਂ ਨਾ ਹੋਣ, ਇਸ ਕਰਕੇ ਪੂਰੀ ਲਗਾਮ ਰੱਖਣੀ ਚਾਹੀਦੀ ਹੈ। ਕਿਸੇ ਤਰ੍ਹਾਂ ਦਾ ਕੋਈ ਜਿਹੜਾ ਨਾ ਬੈਡ ਐਲੀਮੈਂਟ ਡੇਰੇ ਦੇ ਰੂਪ ਦੇ ਵਿੱਚ ਨਾ ਸ਼ਾਮਿਲ ਹੋ ਸਕੇ, ਕਿਉਂਕਿ ਡੇਰਾ ਪ੍ਰੇਮੀ ਜਿਹੜੇ ਨੇ ਬੜੇ ਸ਼ਾਂਤ ਪ੍ਰਿਆ ਨੇ, ਬਹੁਤ ਅੱਛੀ ਗੱਲ ਹੈ, ਲੇਕਿਨ ਉਹਨਾਂ ਦੇ ਵਿੱਚ ਕੋਈ ਜਦੋਂ ਬੈਡ ਐਲੀਮੈਂਟ ਆ ਜਾਂਦੇ ਨੇ ਉਹ ਨੁਕਸਾਨ ਕਰਦੇ ਨੇ, ਉਹ ਸਮਾਜ ਦਾ ਨੁਕਸਾਨ ਹੁੰਦਾ ਤੇ ਉਹ ਸਮਾਜ ਦਾ, ਕਿਸੇ ਵੀ ਸਮਾਜ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ, ਉਹਦੇ ਵਾਸਤੇ ਸਰਕਾਰਾਂ ਨੂੰ ਚਾਹੀਦਾ ਹੈ ਪੂਰੀ ਆਪਣੀ IB CID ਨੂੰ ਪੂਰਾ ਸਟਰੋਂਗ ਰੱਖਣ। ਜੀ ਬਾਕੀ ਹੋਰ ਕੋਈ ਖਾਸ ਹਰਿਆਣੇ ਦੀ ਸਿਆਸਤ ਚੋਂ? ਬਸ ਜੀ ਕਿਸਾਨ ਜਿਹੜੇ ਨੇ ਉਸ ਗੱਲ ਨਾਲ ਪੂਰੇ ਖੁਸ਼ ਨੇ ਤੇ ਉਹਨਾਂ ਦੇ ਘਰ ਤਾਂ ਸਮਝੋ ਰੋਜ਼ ਦੀਵਾਲੀ ਹੈ, ਕਣਕਾਂ ਬੀਜ ਰਹੇ ਨੇ ਜੀ। DAP ਮਿਲਣੀ ਸ਼ੁਰੂ ਹੋ ਗਈ? DAP ਮਿਲਣੀ ਸ਼ੁਰੂ ਹੋ ਗਈ ਹੈ ਜੀ, ਕਿਉਂਕਿ ਲਗਭਗ ਬਿਜਾਈ ਖਤਮ ਹੋ ਗਈ ਹੈ। ਹੁਣ ਆ ਗਈ BJP, ਹੁਣ DAP ਆ ਗਈ, ਸੌਰੀ। ਲੇਕਿਨ ਹੁਣ ਲੇਕਿਨ ਸਰਕਾਰ ਨੂੰ ਚਾਹੀਦਾ ਸੀਗਾ, ਇਹ ਜਦੋਂ ਦਾ ਪ੍ਰਸਤਾਵ ਵਾਪਸ ਹੋਏ ਨੇ ਉਸ ਦਿਨ ਦੀ DAP ਦੀ ਵੀ ਕਿੱਲਤ ਖਤਮ ਹੋ ਗਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਮਿਹਰਬਾਨੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਜੇਕਰ ਤੁਸੀਂ ਵੀ ਬਤੌਰ ਪੱਤਰਕਾਰ ਸਾਡੇ ਨਾਲ ਜੁੜਨਾ ਚਾਹੁੰਦੇ ਹੋ, ਪੰਜਾਬ ਤੋਂ ਬਾਹਰੋਂ, ਜਿਸ ਨਾਲ ਤੁਸੀਂ ਪੰਜਾਬੀ ਦੇ ਵਿੱਚ ਜਾਂ ਜਿੱਥੇ ਵੀ ਪੰਜਾਬੀ ਡਾਇਸਪੋਰਾ ਸਾਡਾ ਬੈਠਾ, ਸਿੱਖ ਡਾਇਸਪੋਰਾ ਬੈਠਾ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141741 97801 41741 ਦੇ ਉੱਤੇ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੂਡੇ ਹਰ ਜਗ੍ਹਾ ਤੋਂ ਪੰਜਾਬ ਨਾਲ ਕੰਸਰਨਡ ਖਬਰ ਜਿਹੜੀ ਹੈ ਜਾਂ ਸਿੱਖਾਂ ਨਾਲ ਕੰਸਰਨਡ ਖਬਰ ਹੈ ਉਹ ਲੈਣ ਦੀ ਕੋਸ਼ਿਸ਼ ਕਰਦਾ ਅਤੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਫਰੀਦਕੋਟ ਚੱਲਦੇ ਹਾਂ, ਅਮਨਦੀਪ ਸਿੰਘ ਲੱਕੀ ਮੇਰੇ ਨਾਲ ਜੁੜ ਗਏ ਨੇ। ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਚੰਨੀ ਸਾਹਿਬ ਦਾ ਸਵਾਗਤ ਜਿਹੜਾ ਕਾਂਗਰਸੀਆਂ ਨੇ ਕੁਰਸੀ ਦੀ ਜੰਗ ਨਾਲ ਕੀਤਾ ਹੈ, ਇਹ ਕਿੱਥੇ ਘਟਨਾ ਵਾਪਰੀ ਹੈ ਜੀ, ਕਿਉਂ ਹੋਇਆ ਹੈ ਸਾਰਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਕਿਸਾਨਾਂ ਦਾ ਜਿਹੜਾ ਲੱਕੀ ਜੀ, ਮੈਨੂੰ ਲੱਗਦਾ ਤੁਸੀਂ ਟਰੈਵਲ ਕਰ ਰਹੇ ਹੋ, ਹਵਾ ਤੁਹਾਡੇ ਮੋਬਾਈਲ ਵਿੱਚ ਦੀ ਸਾਨੂੰ ਸੁਣ ਰਹੀ ਹੈ, ਜਾਂ ਤਾਂ ਫਿਰ ਸ਼ੀਸ਼ਾ ਚੜਾ ਲਓ ਜਾਂ ਮੋਟਰਸਾਈਕਲ ਤੇ ਤਾਂ ਉਹ ਰੋਕ ਲਓ 2 ਮਿੰਟ ਜੀ। ਅਸਲ 'ਚ ਦਾਨੇਵਾਲੀਆ ਸਾਹਿਬ ਅੱਜ ਸਰੀਰ ਦੇ ਵਿੱਚ ਗਰਮੀ ਚੰਨੀ ਸਾਹਿਬ ਇੰਨੀ ਭਰ ਗਏ ਕਿ ਸੈਰ ਕਰਨ ਨੂੰ ਜੀ ਕਰ ਰਿਹਾ ਸੀ। ਅੱਛਾ ਜੀ। ਅੱਛਾ, ਇਸ ਤਰ੍ਹਾਂ ਦਾਨੇਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਡੇ ਸਾਰਿਆਂ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸਾਨ ਆ ਜਿਹੜੇ ਉਹ ਬਾਰਡਰਾਂ ਦੀਆਂ ਬਰੂਹਾਂ ਤੋਂ ਮੁੜਨੇ ਸ਼ੁਰੂ ਹੋ ਗਏ, ਆਪਣੇ ਘਰ ਨੂੰ ਜਿੱਤ ਕੇ ਜਿਹੜੀ ਵਾਪਸੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਅੱਛਾ ਜੀ। ਦੂਸਰਾ, ਜਿਹੜਾ ਚੰਨੀ ਸਾਹਿਬ ਦਾ ਜਿਹੜਾ ਅੱਜ ਦੌਰਾ ਰਿਹਾ ਹੈਗਾ ਕੋਟਕਪੂਰੇ ਦਾ, 15 ਕਰੋੜ ਰੁਪਇਆ ਵਿਕਾਸ ਕਾਰਜਾਂ ਲਈ ਜੈਤੋ ਨੂੰ ਤੇ 15 ਕਰੋੜ ਰੁਪਇਆ ਕੋਟਕਪੂਰੇ ਨੂੰ ਅਨਾਉਂਸ ਕਰਕੇ ਗਏ ਆ ਜੀ। ਤੀਸਰਾ, ਉਹਨਾਂ ਨੇ ਜਦੋਂ ਜਿੱਥੇ ਉਹਨਾਂ ਨੇ ਰੈਲੀ ਕੀਤੀ ਸੀ ਮੰਡੀ ਦੇ ਵਿੱਚ, ਔਰ ਉੱਥੇ ਮੰਡੀ ਦੇ ਵਿੱਚ ਜਿਹੜੀ ਥਾਂ ਤੇ ਰੈਲੀ ਕੀਤੀ ਸੀ ਉਹਦੇ ਬਿਲਕੁਲ ਨਾਲ ਹੀ ਵਿੱਚੇ ਹੀ ਮਤਲਬ ਵੀ ਹੈਲੀਪੈਡ ਬਣਾਇਆ ਸੀਗਾ, ਔਰ ਹੈਲੀਪੈਡ ਨੂੰ ਔਰ ਮੰਡੀ ਵਾਲੀ ਥਾਂ ਨੂੰ ਸਾਰੀ ਨੂੰ ਬੈਰੀਕੇਡ ਕਰਕੇ ਪੁਲਿਸ ਵੱਲੋਂ ਸੁਚੱਜੇ ਬੰਦ ਕੀਤੇ ਗਏ ਸੀ ਜੀ। ਜਿਸ ਕਰਕੇ ਜਿਹੜਾ ਰੌਲਾ ਰੂਲਾ ਜਿਹੜਾ ਪੈਣਾ ਸੀਗਾ, ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਨੇ ਬਾਹਰ ਜਿਹੜੀਆਂ ਗੇਟ ਤੋਂ ਜਿਹੜੇ ਰੌਲਾ ਪਾਉਣਾ ਸੀ ਉਹਨਾਂ ਨੇ ਪਾਲਿਆ। ਸਾਰੀਆਂ ਜਥੇਬੰਦੀਆਂ ਨੇ ਵਿਰੋਧਤਾ ਕੀਤੀ ਹੈ ਜੀ। ਕੁਛ ਕੁ ਛੱਡ ਕੇ ਕੁਛ ਕੁ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ CM ਦੇ ਨਾਲ ਮਿਲਣ ਦੀ ਜਿਹੜੀ ਇਜਾਜ਼ਤ ਦਿੱਤੀ ਗਈ, ਉਹਨਾਂ ਨੂੰ ਮਿਲਾਇਆ ਗਿਆ ਜੀ। ਲੇਕਿਨ ਜ਼ਿਆਦਾਤਰ ਜਿਹੜੀਆਂ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਪ੍ਰੋਟੈਸਟ ਹੀ ਕੀਤਾ। ਜਿਹੜਾ ਚਰਨਜੀਤ ਸਿੰਘ ਚੰਨੀ ਹੁਣੀ ਉਹਨਾਂ ਨੂੰ ਮਿਲਣ ਤੋਂ ਬਗੈਰ ਹੀ ਆਪਦੇ ਉੱਡਣ ਖਟੋਲੇ ਤੇ ਚੜ੍ਹ ਕੇ ਤੇ ਵਾਪਸ ਚੰਡੀਗੜ੍ਹ ਨੂੰ ਚਲੇ ਗਏ ਜੀ। ਔਰ ਘਟਨਾਵਾਂ ਦੀ ਜੇਕਰ ਗੱਲ ਕਰ ਲਈਏ ਤਾਂ ਕੋਈ ਜ਼ਿਆਦਾ ਘਟਨਾ ਨਹੀਂ ਇੱਥੇ ਕੋਈ ਉਹੋ ਜਿਹੀ ਦੇਖਣ ਨੂੰ ਮਿਲੀ ਹੈਗੀ, ਲੇਕਿਨ ਵਿਰੋਧ ਹਰੇਕ ਥਾਂ ਦੇ ਉੱਤੇ ਸਾਹਮਣਾ ਕਰਨਾ ਪੈ ਰਿਹਾ ਹੈਗਾ। ਕਿਉਂਕਿ ਜੇਕਰ ਗੱਲ ਕਰ ਲਈਏ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨੇ 36,000 ਨੌਕਰੀਆਂ ਪੱਕੀਆਂ ਜਿਹੜੀਆਂ ਕੰਟਰੈਕਟ ਤੇ ਆ ਉਹਨਾਂ ਨੂੰ ਕਰਨ ਦਾ ਜਿਹੜਾ ਕੀਤਾ ਹੈਗਾ, ਤਾਂ ਉਹਦੇ 'ਚ ਵੀ ਬੜੀਆਂ ਭੁੰਡੀਆਂ ਰੱਖਦੀਆਂ ਜੀ ਕਿ ਐਡਵਰਟਾਈਜ਼ਮੈਂਟ ਥਰੂ ਹੋਣਾ ਚਾਹੀਦਾ ਤੁਹਾਨੂੰ, ਔਰ ਸੈਕੰਡ ਜਿਹਦੇ 10 ਸਾਲ ਹੋ ਗਏ ਆ ਜੀ। ਹੁਣ ਕਈਆਂ ਦੇ 10 ਸਾਲ ਨਹੀਂ ਹੋਏ, ਕਈਆਂ ਨੇ ਐਡਵਰਟਾਈਜ਼ਮੈਂਟ ਥਰੂ ਨਹੀਂ ਆਏ ਕਿਉਂਕਿ ਉਸ ਵੇਲੇ ਦੀਆਂ ਸਰਕਾਰਾਂ ਨੇ
ਸਿੱਧਾ ਹੀ ਬੁਲਾ ਕੇ ਆਰਡਰ ਦਿੱਤੇ ਆ, ਆਪਦੀਆਂ ਜਿਹੜੇ ਬੰਦੇ ਰੱਖੇ ਆ। ਤੇ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰਨੀ ਚਾਹੂੰਗਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ। ਤਾਂ ਇਹਦੇ ਵਿੱਚ 263 EMPLOYEES ਜੀ 263 EMPLOYEES ਦੇ ਵਿੱਚੋਂ ਸਿਰਫ 53 ਜਣਿਆਂ ਦੀਆਂ ਫਾਈਲਾਂ ਸਿਰਫ ਕੱਢੀਆਂ ਗਈਆਂ ਜਿਹੜੇ ਪ੍ਰੋਪਰ ਚੈਨਲ ਆਏ ਆ ਔਰ ਜਿਨ੍ਹਾਂ ਨੂੰ 10 ਸਾਲ ਨੌਕਰੀ ਕਰਦਿਆਂ ਨੂੰ ਹੋ ਗਿਆ। ਬਾਕੀ ਜੇ ਗੱਲ ਕਰ ਲਈਏ ਤਾਂ 200 EMPLOYEES ਫਿਰ ਉਸੇ ਹੀ ਚੱਕੀ ਦੇ ਵਿੱਚ ਪਿਸਣ ਨੂੰ ਤਿਆਰ ਆ ਜਿਸ ਤਰੀਕੇ ਨਾਲ ਉਹ ਪਿਛਲੇ 10-12 ਸਾਲਾਂ ਤੋਂ ਜਾਂ 15 ਸਾਲਾਂ ਤੋਂ ਜਾਂ 8 ਸਾਲਾਂ ਤੋਂ ਨੌਕਰੀ ਕਰ ਰਹੇ ਆ। ਤੇ ਮੈਂ ਸਮਝਦਾ ਹੈਗਾ ਕਿ 36,000 ਕਿਹੜੇ EMPLOYEES ਪੱਕੇ ਕਰਨਗੇ ਇਹ ਵੇਖਣ ਵਾਲੀ ਗੱਲ ਹੋਊਗੀ। ਔਰ ਸਰਕਾਰ ਐਲਾਨ ਕਰ ਰਹੀ ਹੈ। ਅੱਜ ਸਟੇਜ ਤੋਂ ਚੰਨੀ ਹੋਣਾ ਨੇ ਬਾਦਲ ਫੈਮਿਲੀ ਨੂੰ ਵੀ ਕਾਫੀ ਰਗੜੇ ਲਾਏ ਜੀ। ਤੇ ਉਧਰ ਜੇਕਰ ਗੱਲ ਕਰ ਲਈਏ ਤਾਂ ਰਾਜਾ ਵੜਿੰਗ ਜੋ ਕਿ ਗਿੱਦੜਬਾਹਾ ਤੋਂ ਵਿਧਾਇਕ ਨੇ, ਟਰਾਂਸਪੋਰਟ ਮੰਤਰੀ ਨੇ ਸਾਡੇ ਪੰਜਾਬ ਦੇ, ਤਾਂ ਉਹਨਾਂ ਨੇ ਇਹ ਅੱਜ ਜੋਸ਼ ਦੇ ਵਿੱਚ ਆ ਕੇ ਐਲਾਨ ਕਰ ਦਿੱਤਾ ਕਿ ਜੇਕਰ ਉਹਨਾਂ ਦੀ ਅਗਲੀ ਸਰਕਾਰ ਆਊਗੀ ਜੀ ਤੇ ਸਰਕਾਰ ਉਹਨਾਂ ਸਾਰੀ ਪ੍ਰਾਈਵੇਟੇਸ਼ਨ ਜਿਹੜੀ ਟਰਾਂਸਪੋਰਟ ਆ ਉਹਨੂੰ ਬੰਦ ਕਰਕੇ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ PRTC ਦੀਆਂ ਤੇ ਬੱਸਾਂ ਹੀ ਲੋਕਾਂ ਨੂੰ ਹਰਿਆਣੇ ਦੀ ਤਰਜ਼ ਤੇ ਨੈਸ਼ਨਲਾਈਜ਼ ਕਰ ਦੇਣਗੇ। ਨੈਸ਼ਨਲਾਈਜ਼ ਕਰਦੇ ਆ ਐਲਾਨ ਦਾਨੇਵਾਲੀਆ ਸਾਹਿਬ। ਹਰੇਕ ਵਾਰੀ ਹਰੇਕ ਤਰੀਕੇ ਪਾਰਟੀਆਂ ਕਰਦੀਆਂ ਕੀਤੇ ਜਾਂਦੇ ਆ, ਪਰ ਉਸ ਤੋਂ ਬਾਅਦ ਖਫਾ ਕਿੰਨੇ ਹੁੰਦੇ ਆ। ਕਿਉਂਕਿ ਜੇ ਗੱਲ ਕਰ ਲਈਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਉਹਨਾਂ ਨੇ ਵੀ ਗੁਟਕਾ ਫੜ ਕੇ ਹੱਥ 'ਚ ਗੁਟਕਾ ਸਾਹਿਬ ਫੜ ਕੇ ਬਿਲਕੁਲ ਠੀਕ ਹੈ। ਔਰ ਹੁਣ ਲੋਕ ਸਿਆਣੇ ਆ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਮੇਰੇ ਹਿਸਾਬ ਨਾਲ। ਗੱਲ ਹੁਣ ਦੇਖੋ ਇੱਕ ਚੀਜ਼ ਆ ਲੱਕੀ ਜੀ, ਬੜੀ ਚਰਚਾ ਹੋਣ ਲੱਗ ਪਈ ਇਸ ਗੱਲ ਦੇ ਉੱਤੇ ਕਿ ਜਿਹੜੇ ਮੁਫਤਖੋਰੀ ਦੀਆਂ ਗੱਲਾਂ ਕਰ ਰਹੇ ਨਾ ਲੋਕ ਨਾਰਾਜ਼ ਹੋ ਰਹੇ ਆ ਇਸ ਗੱਲ ਤੋਂ। ਹੌਲੀ ਹੌਲੀ ਉਹ ਸਾਰੇ ਸਮਝ ਗਏ। ਕੋਈ 800 ਯੂਨਿਟ ਦੇ ਰਿਹਾ, ਇੱਕ ਤੋਂ ਵੱਧ, ਪਰ ਦੇਣੇ ਤਾਂ ਆਪਣੀ ਜੇਬ 'ਚ ਉਹਨਾਂ ਨੇ। ਆਪਦੀ ਜੇਬ 'ਚ ਤਾਂ ਕੋਈ ਆਪਦੀ ਬੱਸ ਨਹੀਂ ਭੇਜਦਾ ਆਪਦੀ ਰੈਲੀ ਤੇ। ਲੋਕ ਬੜੇ ਸਿਆਣੇ ਹੈ ਜੀ। ਲੋਕ ਸਿੱਧਾ ਇਸ ਗੱਲ ਨੂੰ ਲੈ ਕੇ ਵੀ ਸਾਨੂੰ ਹੈਂਡੀਕੈਪਟ ਬਣਾਇਆ ਜਾ ਰਿਹਾ, ਬਜਾਏ ਇਸ ਦੇ ਵਿੱਚ ਤੁਸੀਂ ਆਟਾ ਦਾਲ ਦੇ ਲਓ, ਤੁਸੀਂ ਕੰਮ ਨਾ ਕਰੋ, ਘਰੇ ਬਹਿ ਜਾਓ, ਫਿਰ ਰੋਟੀ ਘਰੇ ਬਹਿ ਕੇ ਖਾਈ ਚੱਲੋ, ਵਿਹਲੇ ਰਹੋ। ਹਾਂਜੀ, ਉਸ ਤੋਂ ਬਾਅਦ ਜਿਹੜਾ ਬੰਦਾ ਵਿਹਲਾ ਰਹੂਗਾ ਨਸ਼ਾ ਵੀ ਕਰੂਗਾ। ਤਾਂ ਇਸ ਕਰਕੇ ਲੋਕ ਬੜੇ ਸਿਆਣੇ ਆ। ਲੋਕ ਕਹਿੰਦੇ ਸਾਨੂੰ ਸਹੂਲਤਾਂ ਦਿਓ, ਸਾਨੂੰ ਸਹੂਲਤਾਂ ਦੀ ਲੋੜ ਆ, ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਨਹੀਂ ਹੈ ਵੀ ਸਾਨੂੰ ਆਹ ਫ੍ਰੀ ਕਰ ਦਿਓ, ਸਾਨੂੰ ਉਹ ਫ੍ਰੀ ਕਰ ਦਿਓ। ਠੀਕ ਹੈ, ਮਤਲਬ 2 ਕਿਲੋਵਾਟ ਦਾ ਇਹਨਾਂ ਨੇ ਮਾਫ ਕਰਤਾ ਤੇ ਉਹਦੇ ਨਾਲ ਮੈਂ ਸਮਝਦਾ ਹੈਗਾ ਕਿ ਇਕੱਲਾ ਕਿਸੇ ਭਾਈ ਚ ਇੱਕ ਸਿੰਗਲ ਭਾਈਚਾਰੇ ਨੂੰ ਨਹੀਂ, ਸਾਰੇ ਵਰਗ ਦੇ ਲੋਕਾਂ ਨੂੰ ਉਹਦਾ ਫਾਇਦਾ ਮਿਲਿਆ ਹੈਗਾ। ਜੀ ਜੀ। ਤੇ ਜੇਕਰ ਦੂਸਰੀ ਗੱਲ ਕਰ ਲਈਏ ਵੀ ਜਿਸ ਤਰੀਕੇ ਨਾਲ ਹੁਣ ਹੋਰ ਜਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਸਰਕਾਰ ਵੱਲੋਂ, ਤਾਂ ਮੈਂ ਸਮਝਦਾ ਹੈਗਾ ਕਿਤੇ ਨਾ ਕਿਤੇ ਜਾ ਕੇ ਲੋਕ ਇਹ ਜਿਹੜੀਆਂ ਸੁਵਿਧਾਵਾਂ ਮੰਗਦੇ ਆ ਇਹ ਸਿਰਫ ਤੇ ਸਿਰਫ ਪ੍ਰਾਇਓਰਟੀ ਦੇ ਉੱਤੇ ਮੰਗਦੇ ਆ। ਨੰਬਰ 1 ਨੰਬਰ 2 ਤੇ ਇਹ ਭਾਲਦੇ ਆ ਵੀ ਸਾਨੂੰ ਫ੍ਰੀ ਨਾ ਦਿਓ, ਸਾਨੂੰ ਬਿਜਲੀ ਦਿਓ, ਬਿਜਲੀ ਸਾਨੂੰ 24 ਘੰਟੇ ਆਉਣੀ ਚਾਹੀਦੀ ਆ, ਬਿਜਲੀ ਸਸਤੀ ਦਿਓ। ਬਿਲਕੁਲ, ਇਹ ਕਹਿੰਦੇ ਉਹ ਵੀ ਦਿਓ, ਸਾਨੂੰ ਸਿੱਖਿਆ ਦਿਓ, ਸਾਨੂੰ ਨੌਕਰੀ ਜਾਂ ਕਾਬਲੀਅਤ ਆਪਦੀ ਰੋਟੀ ਕਮਾਉਣ ਦੇ ਕਾਬਲ ਬਣਾਓ। ਤੁਸੀਂ ਮੁਫਤ ਸਾਨੂੰ ਆਟਾ ਦਾਲ ਦੇਈ ਜਾਂਦੇ, ਸਕੂਲਾਂ 'ਚੋਂ ਮਾਸਟਰ ਭਜਾਈ ਜਾਂਦੇ ਹੋ। ਕਹਿਣ ਤੋਂ ਮਤਲਬ ਤੁਸੀਂ ਤਾਂ ਸਾਨੂੰ ਲਾਈਨਾਂ 'ਚ ਹੀ ਲਾ ਕੇ ਰੱਖਣਾ ਚਾਹੁੰਦੇ ਹੋ ਨਾ, ਵਿੱਦਿਆ ਨਹੀਂ ਦੇਣਾ ਚਾਹੁੰਦੇ, ਨੌਕਰੀ ਮੰਗਣ ਜੋਗੇ ਨਹੀਂ ਕਰਨੇ ਚਾਹੁੰਦੇ। ਵੀ ਜੇਕਰ ਤੁਸੀਂ ਇੱਕ ਨੌਕਰੀ ਪਾਉਣ ਦੀ ਨੌਕਰੀ ਨੂੰ ਆਪਣੇ ਅਰਜ਼ੀ ਨੂੰ ਖਾਰਜ ਕਰ ਸਕਦੇ ਹੋ, ਉਹ ਸਿਲੇਬਸ 'ਚੋਂ ਕੱਢ ਸਕਦੇ ਹੋ, ਮਗਰ ਕੀ ਰਹਿ ਗਿਆ? ਬਾਕੀ ਨਵਜੋਤ ਸਿੰਘ ਸਿੱਧੂ ਹਰਿਆਣੇ ਆਉਣਾ ਸੀਗਾ ਤੇ ਉਹਨਾਂ ਦਾ ਨਹੀਂ, ਉਹਨਾਂ ਤੋਂ ਪਹੁੰਚਿਆ ਗਿਆ ਹੈਗਾ ਇਸ ਰੈਲੀ ਦੇ ਉੱਤੇ। ਬਾਕੀ ਮੁਹੰਮਦ ਸਦੀਕ ਜਿਹੜੇ ਸਾਡੇ MP ਨੇ, ਅਕਸਰ ਹੀ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਛਾਏ ਰਹਿੰਦੇ ਨੇ, ਕਦੇ ਉਹਨਾਂ ਦਾ ਮੋਢਾ ਉਤਰਿਆ ਹੁੰਦਾ, ਕਦੇ ਗੋਡਾ ਉਤਰਿਆ ਹੁੰਦਾ। ਹਾਂਜੀ, ਅੱਜ ਉਹ ਸਟੇਜ ਤੇ ਨਜ਼ਰ ਆਏ ਔਰ ਉਹਨਾਂ ਨੇ ਜਦੋਂ ਆਪਣੀ ਸਪੀਚ ਸ਼ੁਰੂ ਕੀਤੀ ਜੀ, ਹੈਰਾਨਗੀ ਵਾਲੀ ਗੱਲ ਇਹ ਆ ਵੀ ਜਦੋਂ ਉਹਨਾਂ ਨੇ ਸਪੀਚ ਸ਼ੁਰੂ ਕੀਤੀ ਤੇ ਉਹ ਇੰਨੇ ਜੋਸ਼ 'ਚ ਸੀਗੇ ਕਿ ਲੋਕਾਂ ਵੱਲ ਵੇਖ ਕੇ ਉਹਨਾਂ ਨੇ ਸਪੀਚ ਸ਼ੁਰੂ ਕਰਤੀ। ਪਰ ਉਹਨਾਂ ਦੇ ਸਪੀਚ ਦੀ ਚੱਲਦੇ ਦੇ ਦੌਰਾਨ ਉਹ ਜਿਹੜੇ ਸੀਗੇ CM ਚਰਨਜੀਤ ਚੰਨੀ ਹੋਣੀ, ਉਹ ਉੱਠ ਕੇ ਸਟੇਜ ਤੋਂ ਤੇ ਮਗਰ ਜਥੇਬੰਦੀਆਂ ਨੂੰ 2-3 ਨੂੰ ਮਿਲਣ ਲਈ ਚਲੇ ਗਏ। ਲੇਕਿਨ ਸਦੀਕ ਸਾਹਿਬ ਨੂੰ ਪਤਾ ਨਹੀਂ ਲੱਗਿਆ ਵੀ CM ਸਾਹਿਬ ਚਲੇ ਗਏ ਆ। ਲੇਕਿਨ ਜਦੋਂ ਸ਼ੇਰ ਸ਼ੂਰ ਸੁਣਾ ਕੇ ਸਦੀਕ ਸਾਹਿਬ ਹਟੇ ਤੇ ਉਸ ਤੋਂ ਬਾਅਦ ਸਟੇਜ ਦੇ ਉੱਤੇ ਉਹਨਾਂ ਨੇ ਅਨਾਊਂਸ ਵੀ ਕੀਤਾ ਵੀ ਲੈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ CM ਸਾਹਿਬ ਚਲੇ ਗਏ। ਫਿਰ ਵੀ ਤੁਹਾਨੂੰ ਪਤਾ ਵੀ ਬੰਦਾ ਸ਼ਰੀਫ ਆ, ਕੋਈ ਬਾਹਲਾ ਬਲ ਫੇਰ ਵਾਲਾ ਹੈ ਨਹੀਂ ਸਦੀਕ, ਜਿੰਨਾ ਕੁ ਮੈਂ ਜਾਣਦਾ। ਬਾਕੀ ਸਾਰੇ ਸਿੰਗਰਾਂ ਨੇ ਰੇਟ ਵਧਾਤੇ ਸੀਗੇ, ਪਰ ਮੁਹੰਮਦ ਸਦੀਕ ਅਜਿਹਾ ਸ਼ਖਸ ਸੀ ਕਿ ਜਿਹਦੀ ਬੁਕਿੰਗ ਵੀ ਨਹੀਂ ਮਿਲਦੀ ਸੀ। ਤੇ ਮੈਨੂੰ ਯਾਦ ਆ ਜਦੋਂ ਆਮ ਸਿੰਗਰ 80-90 ਹਜ਼ਾਰ ਲੈਂਦਾ ਸੀ ਤਾਂ ਸਦੀਕ ਸਾਹਿਬ 45 ਹਜ਼ਾਰ ਹੀ ਲੈਂਦੇ ਸੀ। ਚਰਨਜੀਤ ਚੰਨੀ ਹਨਾ ਨੇ ਬਕਾਇਦਾ ਸਟੇਜ ਦੇ ਉੱਤੋਂ ਸਦੀਕ ਸਾਹਿਬ ਦਾ 2-3 ਵਾਰੀ ਨਾਮ ਲਿਆ ਔਰ ਉਹ 2-3 ਗੀਤਾਂ ਦੇ ਜਿਹੜੇ ਟੋਟਕੇ ਸੀ ਆਪਦੀਆਂ ਗੱਲਾਂ ਦੇ ਵਿੱਚ ਉਹ ਵੀ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਸਦੀਕ ਸਾਹਿਬ ਤੁਹਾਡਾ ਕੋਈ ਇਹੋ ਜਿਹਾ ਕੋਈ ਗਾਣਾ ਨਹੀਂ ਹੈਗਾ ਜਿਹੜਾ ਮੈਨੂੰ ਯਾਦ ਨਾ ਹੋਵੇ। ਤੇ ਇੱਕ ਉਹਨਾਂ ਨੇ ਕੁਲਦੀਪ ਮਾਨਕ ਉਹਨਾਂ ਨੂੰ ਯਾਦ ਕੀਤਾ ਕਿ ਕੁਲਦੀਪ ਮਾਨਕ ਜੀ ਦਾ ਵੀ ਕੋਈ ਇਹੋ ਜਿਹਾ ਗੀਤ ਨਹੀਂ ਜਿਹੜਾ ਕਿ
ਮੈਨੂੰ ਯਾਦ ਨਾ ਹੋਵੇ। ਚਰਨਜੀਤ ਚੰਨੀ ਹੋਣਾ ਦੀ ਸਪੀਚ ਦੇ ਸ਼ੁਰੂ ਹੋਣ ਤੇ ਹੀ, ਕਿਉਂਕਿ ਰਾਜਾ ਵੜਿੰਗ ਦਾ ਸੁੱਖ ਨਾਲ ਕੱਦ ਹੈਗਾ ਜ਼ਿਆਦਾ, ਤੇ ਉਹ ਮਾਈਕ ਜਿਹੜੇ ਸੀਗੇ ਉਹ ਉੱਪਰ ਨੂੰ ਕਰਨੇ ਪਏ ਸੀ, ਤੇ ਚਰਨਜੀਤ ਚੰਨੀ ਹੋਣਾ ਨੇ ਜਦੋਂ ਆ ਕੇ ਮਾਈਕ ਆਪਦੇ ਸੈੱਟ ਕਰਨੇ ਸ਼ੁਰੂ ਕੀਤੇ, ਤੇ ਉਹ ਜਿਹੜੇ ਫਿਰ ਸੀਐਮ ਸਿਕਿਉਰਿਟੀ ਦੇ ਵਿੱਚ ਜਿਹੜੇ ਹੁੰਦੇ ਆ, ਉਹ ਕੋਈ ਨਾ ਕੋਈ ਮਾਈਕ ਜਦੋਂ ਸੈੱਟ ਕਰਨ ਲੱਗੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਆਪਦਾ ਭਾਸ਼ਣ ਹੀ ਇੱਥੋਂ ਸ਼ੁਰੂ ਕੀਤਾ ਵੀ ਮੈਂ ਮਾਈਕ ਹੀ ਲਾਉਂਦਾ ਰਿਹਾ, ਮੈਂ ਮਾਈਕ ਹੀ ਚਲਾਉਂਦਾ ਰਿਹਾ ਹੈਗਾ, ਮਾਈਕ ਹੀ ਸੈੱਟ ਕਰਦਾ ਰਿਹਾ ਮੈਂ। ਤਾਂ ਲੋਕਾਂ ਦੇ ਵਿੱਚ ਕਾਫੀ ਮਤਲਬ ਮੈਂ ਅੱਜ ਇਹੋ ਜਿਹੀ ਬਹੁਤ ਚਿਰ ਬਾਅਦ ਰੈਲੀ ਵੇਖੀ ਆ ਜਿਹਦੇ ਵਿੱਚ ਮਤਲਬ ਕਮੇਡੀਅਨਾਂ ਦੇ ਬਹੁਤ ਕੁਝ ਹੁੰਦਾ, ਤਾੜੀਆਂ ਵੱਜਦੀਆਂ, ਹੂਟਿੰਗ ਹੁੰਦੀ ਆ, ਲੇਕਿਨ ਮਤਲਬ ਲੋਕ ਭਾਵੁਕ ਨਜ਼ਰ ਆਏ ਜਦੋਂ ਚਰਨਜੀਤ ਚੰਨੀ ਹੋਣੀ ਭਾਸ਼ਣ ਦੇ ਰਹੇ ਸੀਗੇ, ਤਾਂ ਲੋਕਾਂ ਨੇ ਤਾੜੀਆਂ ਮਾਰ ਕੇ ਬਹੁਤ ਜ਼ਿਆਦਾ ਸਵਾਗਤ ਕੀਤਾ ਚੰਨੀ ਹੋਣਾ ਦਾ। ਤੇ ਦੇਖੋ ਹੁਣ ਬਾਕੀ ਰਾਜਾ ਵੜਿੰਗ ਦੀ ਵਰਡਿੰਗ ਸੀਗੀ ਕਿ ਸਾਰੇ ਲੜਦੇ ਹੁੰਦੇ ਆ ਜਦੋਂ ਤੱਕ ਕਿਸੇ ਨੂੰ ਨਹੀਂ ਟਿਕਟ ਮਿਲਦੀ, ਤੇ ਜਦੋਂ ਜਿਹਨੂੰ ਟਿਕਟ ਮਿਲ ਗਈ ਤੇ ਉਹਦਾ ਸਾਨੂੰ ਸਾਰਿਆਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ, ਔਰ ਆਉਣ ਦੀ ਜਿਹੜੀ ਸਰਕਾਰ ਆ ਉਹ ਕਾਂਗਰਸ ਦੀ ਬਣਾਉਣੀ ਚਾਹੀਦੀ ਹੈ। ਲੋਕਾਂ ਨੂੰ ਅਪੀਲ ਕੀਤੀ ਉਹਨਾਂ ਨੇ ਜੀ। ਹੋਰ ਮੌਸਮ ਵਗੈਰਾ ਦਾ ਕੀ ਹਾਲ ਹੈ ਜੀ? ਮੌਸਮ ਤਾਂ ਬਸ ਖੁਸ਼ਕਗਵਾਰ ਦੇ ਚੱਲੀ ਜਾਂਦਾ ਜੀ, ਥੋੜੀ ਬਹੁਤੀ ਧੁੱਪ ਨਿਕਲੀ ਸੀਗੇ ਅੱਜ, ਔਰ ਠੀਕ ਹੈ, ਪਰ ਡੇਂਗੂ ਦਾ ਜਿਹੜਾ ਪ੍ਰਕੋਪ ਹੈਗਾ ਥੋੜਾ ਜਿਹਾ ਘਟਿਆ ਹੈਗਾ ਜੀ, ਤੇ ਕਰੋਨਾ ਦਾ ਜਿਹੜਾ ਕੇਸ ਹੈਗੇ ਆ ਉਹਨਾਂ 'ਚ ਬੜੋਤਰੀ ਨਜ਼ਰ ਆ ਰਹੀ ਹੈਗੀ। ਕਰੋਨਾ ਮੁੜ ਆ ਗਿਆ ਜੀ? ਫਿਰ ਕਹਿ ਰਹੇ ਆ ਜੀ ਕਰੋਨਾ ਆ ਗਿਆ ਜੀ, ਕਰੋਨਾ ਆ ਗਿਆ ਜੀ, ਲੇਕਿਨ ਹੁਣ ਅੱਜ ਮੈਂ ਉੱਥੇ ਰੈਲੀ ਤੇ ਵੇਖ ਕੇ ਆਇਆ, ਤਕਰੀਬਨ ਇੱਕਾ ਦੁੱਕਾ ਬੰਦੇ ਨੂੰ ਛੱਡ ਕੇ ਸਾਰਿਆਂ ਦੇ, ਕਿਸੇ ਦੇ ਮਾਸਕ ਨਹੀਂ, ਕਿਸੇ ਦੇ ਕੁਛ ਨਹੀਂ, ਠੀਕ ਹੈ ਨਾ ਜੀ। ਤੇ ਬਾਕੀ ਇਹ ਵੀ ਇਹਨਾਂ ਨੇ ਹੁਣ ਫੇਰ ਕਹਿ ਦਿੱਤਾ ਹੈਗਾ ਵੀ ਕਰੋਨਾ ਮੁੜ ਦਸਤਕ ਦੇਊਗਾ ਪੰਜਾਬ ਦੇ ਵਿੱਚ, ਕੀ ਇੰਡੀਆ 'ਚ ਕੀ ਸਾਰੇ ਕਿਤੇ ਆਊਗਾ। ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਤੇ ਹੁਣ ਫਿਰੋਜ਼ਪੁਰ ਕਰਦੇ ਹਾਂ, ਗੁਰਨਾਮ ਸਿੱਧੂ ਜੀ ਮੇਰੇ ਨਾਲ ਨੇ ਇਸ ਵਕਤ। ਗੁਰਨਾਮ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਨਾਮ ਜੀ, ਫਿਰੋਜ਼ਪੁਰ ਦੇ ਵਿੱਚ ਕਹਿੰਦੇ ਅਕਾਲੀ ਦਲ ਨੇ ਟਿਕਟ ਅਨਾਊਂਸ ਕੀਤੀ ਹੈ ਉੱਧਰ, ਤੇ ਉੱਧਰ ਕਹਿੰਦੇ ਤਾਸ਼ ਦੇ ਪੱਤਿਆਂ ਵਾਂਗੂ ਅਕਾਲੀ ਦਲ ਦਾ ਮਹਿਲ ਖਿੱਲਰ ਗਿਆ। ਬਿਲਕੁਲ ਜੀ, ਇਦਾਂ ਹੀ ਹੋਇਆ, ਕਿਉਂਕਿ ਕਾਫੀ ਦੇਰ ਦਾ, ਕਿਉਂਕਿ ਇਹ ਸੀਟ ਆੜੀ ਹੋਈ ਸੀ, 3 ਜਿਹੜੇ ਦੂਜੇ ਹਲਕੇ ਆ ਫਿਰੋਜ਼ਪੁਰ ਦੇ, ਉਹਨਾਂ ਤੋਂ ਸੀਟਾਂ ਅਕਾਲੀ ਦਲ ਨੇ ਅਨਾਊਂਸ ਕਰ ਦਿੱਤੀਆਂ ਸੀ। ਨਾਲ ਜਿਵੇਂ ਜ਼ੀਰੇ ਤੋਂ ਜਨਮੇਜਰ ਸਿੰਘ ਸੇਖੋਂ ਜਿਹੜੇ ਸਾਬਕਾ ਕੈਬਨਿਟ ਮਿਨਿਸਟਰ, ਉਹਨਾਂ ਨੂੰ ਸੀਟ ਦਿੱਤੀ ਗਈ ਸੀ, ਔਰ ਜਿਹੜਾ ਦਿਹਾਤੀ ਹਲਕਾ ਉੱਥੋਂ ਜੋਗਿੰਦਰ ਸਿੰਘ ਜਿੰਦੂ ਇੱਕ ਵਾਰੀ ਜਿੱਤ ਚੁੱਕੇ ਨੇ, ਐਤਕੀ ਸਾਬਕਾ ਸੀ MLA, ਉਹਨਾਂ ਨੂੰ ਦਿੱਤੀ ਗਈ। ਔਰ ਨਾਲ ਜਿਹੜੇ ਜ਼ਿਲ੍ਹਾ ਪ੍ਰਧਾਨ ਇਹਨਾਂ ਦੇ ਵਰਦੇਵ ਸਿੰਘ ਮਾਨ, ਨੋਨੀ ਮਾਨ, ਉਹਨਾਂ ਨੂੰ ਗੁਰੂ ਹਰਸਾਏ ਤੋਂ ਰਾਣਾ ਸੋਢੀ ਦੇ ਬਰਾਬਰ ਜਿਹੜਾ ਉਮੀਦਵਾਰ ਇਸ ਵਾਰ ਫੇਰ ਤੀਜੀ ਵਾਰ ਕਿਸਮਤ ਅਜਮਾਉਣ ਲਈ ਜਿਹੜਾ ਉਹਨਾਂ ਨੂੰ ਉੱਥੇ ਖੜਾ ਕੀਤਾ ਗਿਆ। ਔਰ ਫਿਰੋਜ਼ਪੁਰ ਦੀ ਸੀਟ ਕਿਉਂਕਿ ਭਾਜਪਾ ਦੇ ਖੇਮੇ ਦੀ ਸੀਟ ਸੀ, ਇੱਥੋਂ ਸੁਖਪਾਲ ਸਿੰਘ ਨੰਨੂ ਹਮੇਸ਼ਾ ਲੜਦੇ ਆਏ ਨੇ, ਔਰ ਇਸ ਵਾਰ ਭਾਜਪਾ ਨਾਲ ਤੋੜ ਵਿਛੜਾ ਹੋਣ ਤੋਂ ਬਾਅਦ ਕਾਫੀ ਇੱਥੇ ਗਹਿਮਾ ਗਹਿਮੀ ਹੋ ਰਹੀ ਸੀ। ਪਹਿਲਾਂ ਜਨਮੇਜਾ ਸਿੰਘ ਸੇਖੋਂ ਦਾ ਨਾਂ ਸੁਣਿਆ ਸੀ, ਉਹਨਾਂ ਨੇ ਪ੍ਰਚਾਰ ਵੀ ਕੀਤਾ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਅਕਾਲੀ ਦਲ ਦੇ ਬੁਲਾਰੇ ਔਰ OSD ਵੀ ਚਰਨਜੀਤ ਬਰਾੜ, ਉਹਨਾਂ ਨੇ ਵੀ ਇੱਥੇ ਕਾਫੀ ਪ੍ਰਚਾਰ ਕੀਤਾ, ਉਹਨਾਂ ਦਾ ਕਾਫੀ ਹੁੱਡ ਵੀ ਬਣ ਗਿਆ ਸੀ। ਪਰ ਅਚਨਚੇਤ ਸੇਖੋਂ ਸਾਹਿਬ ਦਾ ਨਾਂ ਆਉਣ ਲੱਗਾ, ਸੇਖੋਂ ਸਾਹਿਬ ਵੀ ਇੱਕਦਮ ਜ਼ੀਰੇ ਚਲੇ ਜਾਂਦੇ ਨੇ, ਔਰ ਉਸ ਤੋਂ ਬਾਅਦ ਰੋਹਿਤ ਜਿਹੜਾ ਮੌਂਟੂ ਵੋਰਾ ਦੇ ਨਾਲ ਜਿਹਨੂੰ ਅਸੀਂ ਨਾਂ ਨਾਲ ਜਾਣਦੇ, ਜਿਹਨੇ ਪਿਛਲੀ ਦਿਨ ਜਿਹਨਾਂ ਦੇ ਪਰਚਾ ਵੀ ਕਟਾਇਆ ਥੋੜੇ ਦਿਨ ਕਿਸਾਨਾਂ ਦੇ ਨਾਲ, ਜਿਹੜਾ ਗਹਿਮਾ ਹੋਈ ਇੱਕ ਜਿਹੜੀ ਲੜਾਈ ਹੋਰ ਦੱਸੀ ਸੀ ਜੋਗਿੰਦਰ ਸਿੰਘ ਜਿੰਦੂ ਦੇ ਬੇਟਿਆਂ ਨਾਲ, ਉਹਦੇ ਵਿੱਚ ਉਹਨਾਂ ਦਾ ਨਾਮ ਵੀ ਆਇਆ ਪਰਚੇ ਦੇ ਵਿੱਚ। ਤਾਂ ਇਹ ਉਹਨਾਂ ਨੂੰ ਹਲਕਾ ਇੰਚਾਰਜ ਤਾਂ ਕਾਫੀ ਦਿਨ ਪਹਿਲਾਂ ਲਗਾ ਦਿੱਤਾ ਸੀ, ਪਰ ਜਦੋਂ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਤਾਂ 52 ਮੈਂਬਰੀ ਜਿਹੜੀ ਅਕਾਲੀ ਦਲ ਦਾ ਹੈਗਾ, ਉਹਨਾਂ ਨੇ 52 ਮੈਂਬਰੀ ਕਮੇਟੀ ਬਣਾ ਲਈ ਹੈ, ਜਿਹਦੇ ਵਿੱਚ ਇਹਨਾਂ ਦੇ ਜਨਰਲ ਕੌਂਸਲ ਦੇ ਜਿਹੜੇ ਮੈਂਬਰ ਹੈਗੇ ਉਹ ਹੈਗੇ, ਮੀਤ ਪ੍ਰਧਾਨ ਹੈਗੇ, ਬਲਾਕਾਂ ਦੇ ਪ੍ਰਧਾਨ ਹੈਗੇ, ਮੰਡਲ ਦੇ ਪ੍ਰਧਾਨ ਹੈ, ਬਹੁਤ ਸਾਰੇ ਇਹਨਾਂ ਦੇ ਜਿਹੜੇ ਬਲਾਕ ਲੈਵਲ ਦੇ ਔਰ ਜ਼ਿਲ੍ਹੇ ਲੈਵਲ ਦੇ ਹੈਗੇ ਪ੍ਰਧਾਨ, ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਔਰ ਬਹੁਤ ਸਾਰੇ ਇਹਨਾਂ ਦੇ ਕੱਟੜ ਜਿਹੜੇ ਕਹਿ ਸਕਦੇ ਹਾਂ ਅਸੀਂ ਅਕਾਲੀ ਦਲ ਦੇ ਬਹੁਤ ਚਿਰਾਂ ਤੋਂ ਜੁੜੇ ਹੋਏ ਆ, ਅਕਾਲੀ ਦਲ ਦੇ ਵਿੱਚ ਹੀ ਜਿਉਂਦੇ ਆ ਰਹੇ ਲੋਕ ਉਹ ਸ਼ਾਮਲ ਸਨ। ਦਾਨੇਵਾਲੀ ਸਾਹਿਬ ਉਹ 52 ਮੈਂਬਰੀ ਹੌਲੀ ਹੌਲੀ ਉਹ 80-90 ਤੱਕ ਪਹੁੰਚ ਗਈ ਉਹਨਾਂ ਦੀ ਗਿਣਤੀ, ਉਹ ਮੈਂਬਰੀ ਇੰਨੀ ਹੋ ਗਈ। ਹਾਲਾਂਕਿ ਉਹਨਾਂ ਦਾ ਨਾਂ 52 ਮੈਂਬਰੀ ਹੀ ਪੈ ਗਿਆ, ਉਹ 52 ਮੈਂਬਰੀ ਵਾਈ। ਉਹਨਾਂ ਨੇ BJP ਦੇ ਵੀ ਕੁਝ ਚਿਹਰੇ ਜਿਹੜੇ ਆ ਉਹਨਾਂ ਦੇ ਮੰਡਲ ਪ੍ਰਧਾਨ ਜਾਂ ਉਹਨਾਂ ਦੇ ਉਹ ਵੀ 52 ਮੈਂਬਰੀ 'ਚ ਸ਼ਾਮਲ ਕਰ ਲਏ, ਤੇ ਉਹ ਲਗਾਤਾਰ ਵਿਰੋਧ ਕਰਦੇ ਆ ਰਹੇ ਸੀ। ਉਹਨਾਂ ਦੇ ਕਹਿਣ ਮੁਤਾਬਕ ਜਦੋਂ ਉਹਨਾਂ ਨੇ ਕੱਲ ਰਿਜ਼ਾਈਨ ਕੀਤਾ, ਮੌਂਟੂ ਵੋਰੇ ਦਾ ਲਗਾਤਾਰ ਵਿਰੋਧ ਕਰਦੇ ਆ ਰਹੇ ਸੀ ਕਿ ਮੌਂਟੂ ਵੋਰੇ ਨੂੰ ਅਗਰ ਤੁਸੀਂ ਸੀਟ ਦਿੰਦੇ ਹੋ ਤਾਂ ਅਸੀਂ ਇਸ ਗੱਲ ਦਾ ਵਿਰੋਧ ਦੇਵਾਂਗੇ, ਚਾਹੇ ਹਿੰਦੂ ਚਿਹਰਾ ਇੱਥੇ ਲੈ ਕੇ ਆ ਜਾਓ, ਉਹਨਾਂ ਦਾ ਕਹਿਣਾ, ਪਰ ਕਿਸੇ ਹੋਰ ਨੂੰ ਇਸ ਮਤਲਬ ਇੱਥੋਂ ਲਿਆਂਦਾ ਜਾਵੇ, ਕਿਉਂਕਿ ਮੌਂਟੂ ਵੋਰੇ ਗੁਰੂ ਹਰਸਾਏ ਨੂੰ ਬਿਲੋਂਗ ਕਰਦੇ ਨੇ। ਉਹ ਕਹਿੰਦੇ ਕਿ ਸਾਡਾ ਲੋਕਲ ਨਹੀਂ ਹੈਗਾ, ਇਹ ਉਹਨਾਂ ਦਾ ਵਿਰੋਧ ਚੱਲਦਾ ਆ ਰਿਹਾ ਸੀ। ਤਾਂ ਕੱਲ ਜਦੋਂ ਅਨਾਊਂਸ ਹੁੰਦਾ ਰੋਹਿਤ ਕੁਮਾਰ ਵੋਰਾ, ਜਿਹਨਾਂ ਨੂੰ ਮੌਂਟੂ ਵੋਰਾ ਮੈਂ ਦੱਸਿਆ ਪਹਿਲਾਂ ਕਿਹਾ, ਜਦੋਂ ਉਹਦਾ ਨਾਂ ਅਨਾਊਂਸ ਹੁੰਦਾ ਤੇ ਦੇਰ ਸ਼ਾਮ ਉਹਨਾਂ ਨੇ ਰਿਜ਼ਾਈਨ, ਜਿਹੜੀ ਸਾਰੀ ਕਮੇਟੀ ਨੇ ਉਹ ਰਿਜ਼ਾਈਨ ਕਰ ਦਿੱਤਾ ਔਰ ਪ੍ਰੈਸ ਦੇ ਸਾਹਮਣੇ ਰਿਜ਼ਾਈਨ ਕੀਤਾ। ਔਰ ਉਹਨਾਂ ਨੇ ਇਹ
ਇਹ ਕੀਤਾ ਵੀ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਮਿਲਦੇ ਰਹੇ, ਉਹਨਾਂ ਸਾਹਮਣੇ ਰੋਸ ਜ਼ਾਹਿਰ ਕਰਦੇ ਰਹੇ ਹਾਂ, ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਇਸ ਤਰ੍ਹਾਂ ਨਹੀਂ ਹੋਏਗਾ, ਤੁਹਾਡੀ ਬਿਨਾਂ ਮਰਜ਼ੀ ਤੋਂ ਅਸੀਂ ਇੱਥੇ ਉਮੀਦਵਾਰ ਨਹੀਂ ਖੜਾ ਕਰਾਂਗੇ, ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਚੱਲੂਗੀ। ਪਰ ਉਹਨਾਂ ਦਾ ਕਹਿਣਾ ਕਿ ਸਾਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ, ਸਾਨੂੰ ਮਨਾ ਹੀ ਲੈਂਦੇ, ਘੱਟੋ ਘੱਟ ਇੱਥੋਂ ਤੱਕ ਰੋਜ਼ਗਾਰ ਕੀਤਾ ਕਿ ਸਾਨੂੰ ਮਨਾ ਹੀ ਲੈਂਦੇ, ਜੇ ਤੁਸੀਂ ਇਹਨੂੰ ਖੜਾ ਹੀ ਕਰਨਾ ਸੀਗਾ ਤਾਂ ਸਾਨੂੰ ਮਨਾ ਲੈਂਦੇ, ਘੱਟੋ ਘੱਟ ਸਾਡਾ ਰੋਸ ਜਿਹੜਾ ਉਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ। ਪਰ ਸਾਨੂੰ ਪੁੱਛਿਆ ਤੱਕ ਨਹੀਂ ਗਿਆ ਤੇ ਅਨਾਉਂਸ ਕਰ ਦਿੱਤੀ ਕਿ ਚੰਡੀਗੜ੍ਹ 'ਚ ਬਹਿ ਕੇ ਜਿਹਦੇ 4 ਉਮੀਦਵਾਰਾਂ ਦੇ ਨਾਲ ਮੋਂਟੂ ਵੋਰਾ ਦਾ ਵੀ ਨਾਂ ਆਉਂਦਾ, ਤਾਂ ਉਹ ਰੋਸ ਦੇ ਵਜੋਂ ਉਹਨਾਂ ਨੇ ਕੱਲ ਰਿਜ਼ਾਈਨ ਦੇ ਦਿੱਤੀ ਹੈ। ਔਰ ਇਹ ਜ਼ਰੂਰ ਕਿਹਾ ਕਿ ਅਸੀਂ ਨਾ ਹੀ ਕਿਸੇ ਭਾਜਪਾ ਜਾਂ ਕਿਸੇ ਕਾਂਗਰਸ ਦੇ ਵਿੱਚ ਹੀ ਸ਼ਾਮਲ ਹੋਵਾਂਗੇ, ਅਸੀਂ ਕਿਸਾਨ ਸੰਯੁਕਤ ਮੋਰਚੇ ਦੇ ਨਾਲ ਹਾਂ। ਕਿਸਾਨ ਸੰਯੁਕਤ ਮੋਰਚਾ ਕੀ ਕਹਿੰਦਾ ਹੈ ਅਸੀਂ ਉਹਦੀਆਂ ਹਦਾਇਤਾਂ ਦੇ ਮੁਤਾਬਕ ਹੀ ਚੱਲਾਂਗੇ। ਦਾਨੇਵਾਲੀ ਸਾਹਿਬ ਥੋੜਾ ਜਿਹਾ ਇੱਥੋਂ ਜ਼ਰੂਰ ਸੋਚਦੇ ਹਾਂ, ਕਿਉਂਕਿ ਬਹੁਤ ਪੁਰਾਣੇ ਜੁੜੇ ਹੋਏ ਲੋਕ ਨੇ, ਅਸੀਂ ਵੀ ਇਹਨਾਂ ਲੋਕਾਂ ਦੇ ਨਾਲ ਵਿਚਰਦੇ ਆ ਰਹੇ ਹਾਂ। ਇਹ ਵੋਟ ਵੀ ਰੱਖਦੇ ਨੇ, ਇਹ ਨਹੀਂ ਕਿ ਇਹਨਾਂ ਦੇ ਪਿੱਛੇ ਵੋਟ ਹੀ ਨਹੀਂ ਹੈਗੀ, ਵੋਟ ਦੇ ਵੀ ਮਤਲਬ ਹੈਗੇ, ਮਾਲਕ ਹੈਗੇ ਇਹਨਾਂ ਦੇ ਪਿੱਛੇ, ਕਿਉਂਕਿ 51 ਪਿੰਡਾਂ ਚੋਂ ਅਲੱਗ-ਅਲੱਗ ਪਿੰਡਾਂ ਚੋਂ ਮੈਂਬਰ ਹੈਗੇ ਆ, ਇਹ ਨਹੀਂ ਕਿ ਇੱਕ ਪਿੰਡ ਦੇ ਹੀ ਨੇ, ਇੱਕ ਪਿੰਡ ਚੋਂ ਇੱਕ ਮੈਂਬਰ ਹੈ ਜਿੱਦਾਂ, ਉਹ 51 ਪਿੰਡਾਂ ਨੂੰ ਇਹਨਾਂ ਨੇ ਘੇਰਾ ਪਾਇਆ ਹੋਇਆ। ਔਰ ਉਹਨਾਂ ਦੇ ਵਿੱਚੋਂ ਇਹ ਲੱਗਦਾ ਕਿ ਜਿਵੇਂ ਇਹਨਾਂ ਨੇ ਕਹਿਤਾ ਕਿ ਅਸੀਂ ਕਾਂਗਰਸ ਵੀ ਜੁਆਇਨ ਨਹੀਂ ਕਰਨੀ, ਅਸੀਂ ਬੀਜੇਪੀ ਜੁਆਇਨ ਨਹੀਂ ਕਰਨੀ, ਅਸੀਂ ਜਾਂ ਹੋਰ ਕੋਈ ਨਹੀਂ, ਤਾਂ ਕਿਤੇ ਨਾ ਕਿਤੇ ਲੱਗਦਾ ਕਿ ਜੇ ਸੁਖਬੀਰ ਬਾਦਲ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਮਨਾਉਂਦੇ ਆ ਤਾਂ ਉਹਨਾਂ ਦੇ ਰੋਸੇ ਗਿਲੇ ਆ ਜਿਹੜੇ ਉਹ ਨਿਕਲ ਸਕਦੇ, ਕਿਉਂਕਿ ਇਹਨਾਂ ਦੇ ਵਿੱਚ ਇੱਕ ਜਿਹੜੇ ਫੈਡਰੇਸ਼ਨ ਜਿਹੜੀ ਗਰੇਵਾਲ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਹੈ ਜੀ, ਗੁਰਚਰਨ ਸਿੰਘ ਗਰੇਵਾਲ ਦੇ ਬਹੁਤ ਨੇੜਲੇ ਸਾਥੀ ਨੇ ਜਿਨ੍ਹਾਂ ਨੇ ਕੱਲ ਇਹ ਜਿਹੜੀ ਹੈ ਕਾਨਫਰੰਸ ਕੀਤੀ ਹੈ ਬਕਾਇਦਾ ਦੇ ਵਿੱਚ, ਉਹ ਵਿੱਚ ਸ਼ਾਮਲ ਨੇ, ਮੀਤ ਪ੍ਰਧਾਨ ਨੇ ਇਹਨਾਂ ਦੀ ਫੈਡਰੇਸ਼ਨ ਦੇ। ਤਾਂ ਮੈਨੂੰ ਲੱਗਦਾ ਕਿਉਂਕਿ ਗਰੇਵਾਲ ਸਾਹਿਬ ਦੇ ਬਹੁਤ ਨੇੜਲੇ ਹਲਕੇ ਦੇ ਹੈਗੇ, ਉਹਨਾਂ ਦੇ ਨੇੜੇ ਕਹਿ ਲਓ ਵੀ ਉਹਨਾਂ ਦੇ ਆਖੇ ਲੱਗ ਸਕਦੇ ਆ, ਕਿਤੇ ਨਾ ਕਿਤੇ ਜਾ ਕੇ ਰੋਸਾ ਦੂਰ ਹੋ ਸਕਦਾ। ਪਰ ਹਾਲ ਦੀ ਘੜੀ ਦੇ ਵਿੱਚ ਅਕਾਲੀ ਦਲ ਪੂਰੀ ਤਰ੍ਹਾਂ ਖਿੰਡ ਗਿਆ ਔਰ ਪਿੰਕੀ ਸ਼ਹਿਰ ਦੇ ਵਿੱਚ ਹੋਣ ਲੱਗ ਪਈ ਦੁਬਾਰਾ, ਕੀ ਹੋ ਸਕਦਾ ਪਰਮਿੰਦਰ ਸਿੰਘ ਪਿੰਕੀ ਦੁਬਾਰਾ ਨਾ, ਇਵਨ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਘੁੰਮਣੀਆਂ ਸ਼ੁਰੂ ਹੋ ਗਈਆਂ ਕਿ ਪਰਮਿੰਦਰ ਸਿੰਘ ਪਿੰਕੀ ਦਾ ਫੇਰ ਗਾ ਲੱਗ ਸਕਦਾ, ਉਹ ਫੇਰ ਆ ਸਕਦੇ ਨੇ, ਕਿਉਂਕਿ ਅਕਾਲੀ ਦਲ ਜੇ ਖਿੰਡ ਜਾਂਦਾ ਤਾਂ ਆਮ ਆਦਮੀ ਪਾਰਟੀ ਦਾ ਹੁੱਡ ਠੀਕ ਹੈ, ਪਰ ਉਹਨਾਂ ਹੁੱਡ ਅਸੀਂ ਨਹੀਂ ਕਹਿ ਸਕਦੇ ਕਿ ਉਹ ਸੀਟ ਕੱਢ ਸਕਣ ਅੱਜ ਦੀ ਡੇਟ 'ਚ, ਕਿਉਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਡਿਕਲੇਅਰ ਹੀ ਨਹੀਂ ਕੀਤਾ ਕਿ ਸਾਡਾ ਉਮੀਦਵਾਰ ਕਿਹੜਾ ਹੋਊਗਾ, ਇਸ ਕਰਕੇ ਉਹ ਵੀ ਛੱਚੋ ਪੰਜ ਡਿਕਲੇਅਰ ਤਾਂ ਕਾਂਗਰਸ ਨੇ ਵੀ ਨਹੀਂ ਕੀਤਾ ਹਜੇ, ਪਰ ਇੰਨਾ ਹੁੰਦਾ ਵੀ ਕਾਂਗਰਸ ਦੇ ਸਿਟਿੰਗ ਐਮਐਲਏ ਦੀ ਗੱਲ ਆਪਾਂ ਕਰ ਸਕਦੇ। ਬਿਲਕੁਲ, ਉਹ ਅਸੀਂ ਕਲੀਅਰ ਜਿਹਾ ਕਰ ਸਕਦੇ ਹਾਂ। ਪਰਮਿੰਦਰ ਸਿੰਘ ਪਿੰਕੀ ਹੈ ਜਿਹੜੇ ਉਹਨਾਂ ਦੇ ਲਗਾਤਾਰ 2 ਵਾਰੀ ਜਿੱਤ ਗਏ ਔਰ ਚੰਗੀ ਲੀਡ ਤੇ ਜਿੱਤਦੇ ਆਏ, ਉਹਨਾਂ ਨੂੰ ਸੀਟ ਮਿਲੂਗੀ। ਪਰ ਆਮ ਆਦਮੀ ਪਾਰਟੀ ਦੇ 5-6 ਅਜੇ ਵੀ ਫਿਰਦੇ, ਹਲਕਾ ਇੰਚਾਰਜ ਵੀ ਲਾ ਦਿੱਤਾ ਰਣਧੀਰ ਸਿੰਘ ਭੁੱਲਰ ਹੋਰਾਂ ਨੂੰ, ਪਰ ਅਜੇ ਵੀ ਕੱਲ ਕਿਉਂਕਿ ਸਾਡੇ ਇਹਨਾਂ ਦੀ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਇੱਥੇ ਆਈ ਰਾਜਵਿੰਦਰ ਕੌਰ ਛਿਆੜਾ, ਤੇ ਉਹਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹਨੇ ਸਿੱਧਾ ਕਹਿ ਦਿੱਤਾ ਕਿ ਇਹ ਜ਼ਰੂਰੀ ਨਹੀਂ ਗਾ ਕਿ ਜਿਹੜੇ ਹਲਕਾ ਇੰਚਾਰਜ ਲਗਾਏ ਗਏ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਹੀ ਉਮੀਦਵਾਰ ਬਣਾਇਆ ਜਾਏਗਾ। ਤੇ ਉੱਥੋਂ ਹੋਰ ਜਿਹੜੀ ਸ਼ੰਕਾ ਹੋਰ ਜ਼ਿਆਦਾ ਵੱਧ ਗਈ ਹੈ, ਲੋਕਾਂ ਦਾ ਹੋਰ ਜ਼ਿਆਦਾ ਹੋ ਗਿਆ, ਪਤਾ ਨਹੀਂ ਜਿਹੜੇ ਹਲਕਾ ਇੰਚਾਰਜ ਲਾਏ ਆ ਜਿਨ੍ਹਾਂ ਦੇ ਨਾਲ ਅਸੀਂ ਫਿਰ ਰਹੇ ਹਾਂ, ਜਿਨ੍ਹਾਂ ਤੋਂ ਅਸੀਂ ਸਾਫੇ ਪਵਾ ਰਹੇ ਹਾਂ, ਉਹਨਾਂ ਨੂੰ ਕੱਲ ਨੂੰ ਟਿਕਟ ਮਿਲਦੀ ਕਿ ਨਹੀਂ। ਇਹ ਸ਼ੰਕਾਵਾਂ ਜਿਹੜੀਆਂ ਹੈਗੀਆਂ, ਇਸ ਕਰਕੇ ਅਕਾਲੀ ਦਲ ਦਾ ਇਸ ਟਾਈਮ ਬੁਰਾ ਹਾਲ ਕਹਿ ਸਕਦੇ ਹਾਂ, ਪੱਤੇ ਖਿੰਡ ਚੁੱਕੇ ਨੇ। ਹਾਲਾਂਕਿ ਰੋਹਿਤ ਹੋਰਾਂ ਨੇ ਵੀ ਕੱਲ ਮੋਂਟੂ ਹੋਰਾਂ ਨੇ ਦੇਰ ਸ਼ਾਮ ਜਿਹੜੀ ਕਾਨਫਰੰਸ ਕੀਤੀ ਹੈ ਔਰ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ, ਸਾਡੇ ਨਾਲ ਇਹ ਚੱਲਣਗੇ ਭਰਾ, ਸਾਨੂੰ ਉਮੀਦ ਆ ਜੀ। ਸਿਆਸਤ ਤੋਂ ਬਿਨਾਂ ਕੋਈ ਹੋਰ ਖਾਸ ਖਬਰ, ਲੁੱਟ ਖਸੁੱਟ ਕੋਈ ਤੁਹਾਡੇ ਤੇ ਇੱਥੇ ਬਹੁਤ ਚੱਲਦੀ ਹੈ, ਕੋਈ ਨਸ਼ਾ ਪੱਤਾ ਫੜਿਆ ਹੋਵੇ ਜੀ? ਲੁੱਟਾਂ ਦੀ ਤਾਂ ਖਬਰਾਂ ਦਾਨੇਵਾਲੀ ਸਾਹਿਬ ਬਹੁਤ ਚੱਲਦੀਆਂ, ਹੁਣ ਤਾਂ ਜੀਅ ਨਹੀਂ ਕਰਦਾ ਪੜ੍ਹਨ ਤੇ ਜਿੱਦਾਂ ਲੋਕਾਂ ਦਾ ਜੀਅ ਨਹੀਂ ਕਰਦਾ, ਬਹੁਤ ਨਿੱਕੀਆਂ ਮੋਟੀਆਂ ਚੋਰੀਆਂ ਵੀ ਅਸੀਂ ਯਾਰ ਛੱਡੋ ਪਰਾਂ, ਪੁਲਿਸ ਨੇ ਕਰਨਾ ਤਾਂ ਹੈ ਨਹੀਂ, ਕੀ ਕਰੀ ਦੇਣੀ ਜਾ ਕੇ ਕੀ ਹੈ, ਉਦਾਂ ਸਾਡਾ ਵੀ ਜੀਅ ਨਹੀਂ ਕਰਦਾ। ਹੁਣ ਕੀ ਭਈ ਮੋਟਰਸਾਈਕਲ ਚੋਰੀ ਹੋਣੇ, ਵਾਲੀਆਂ ਖੋਹ ਕੇ ਲੈ ਜਾਣੀਆਂ, ਇਹ ਆਮ ਦੀ ਆਪ ਦੀ ਜੇ ਹੋ ਗਏ ਅਸੀਂ ਇਹਨਾਂ ਚੀਜ਼ਾਂ ਦੇ ਨਾ। ਇਹ ਰੋਜ਼ ਦੀਆਂ 2-3 ਪੱਕੀਆਂ ਸਾਡੀਆਂ ਵੈਸੇ ਹੀ ਪੜ੍ਹਦਿਆ ਕਰੋ ਕਿ ਫਿਰੋਜ਼ਪੁਰ 'ਚ 2 ਮੋਟਰਸਾਈਕਲ ਚੋਰੀ ਹੋ ਗਏ, 3-4 ਵਾਲੀਆਂ ਲੈ ਗਏ ਤੇ ਸਭੋ ਸੱਚ ਹੀ ਹੋਣਾ ਜੀ ਜੀ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਹੁਣ ਚੱਲਦੇ ਹਾਂ ਜੀ ਆਪਾਂ ਬਰਨਾਲੇ, ਕਮਲਜੀਤ ਸੰਧੂ ਮੇਰੇ ਨਾਲ ਨੇ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ। ਕਮਲਜੀਤ ਜੀ, ਜਿਵੇਂ ਪਤਾ ਚੱਲਿਆ ਵੀ ਅਮਨਦੀਪ ਲੱਕੀ ਹੋਰੀ ਵੀ ਦੱਸ ਕੇ ਗਏ ਨੇ ਫਰੀਦਕੋਟ ਤੋਂ ਕਿ ਬੇਸ਼ੱਕ 32 ਜਥੇਬੰਦੀਆਂ ਦਾ ਤਾਂ ਹਜੇ ਐਲਾਨ ਵਾਪਸੀ ਦਾ ਨਹੀਂ ਹੋਣਾ, ਪਰ ਆਮ ਕਿਸਾਨ ਜਿਹੜੇ ਨੇ ਕਈ ਉੱਥੋਂ ਵਾਪਸੀ ਸ਼ੁਰੂ ਕਰ ਦਿੱਤੀ ਹੈ। ਕੀ ਮਾਹੌਲ ਹੈ ਜਿਹੜਾ ਚਰਚਾਵਾਂ ਨੇ ਜਦੋਂ 3 ਕਾਨੂੰਨ ਵਾਪਸ ਹੋ ਗਏ ਨੇ?
ਜੀ ਬਿਲਕੁਲ, ਜਿਸ ਤਰ੍ਹਾਂ ਗੁਰਪੁਰਬ ਤੇ ਦੇਸ਼ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਇਹ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ, ਤੇ ਦੂਸਰੇ ਪਾਸੇ ਕੱਲ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ ਇਹ ਕਾਨੂੰਨ ਵਾਪਸ ਹੋ ਗਏ ਤੇ ਸਿਰਫ ਰਾਸ਼ਟਰਪਤੀ ਦੀ ਜਿਹੜੀ ਸਟੈਂਪ ਲੱਗਣੀ ਉਹ ਬਾਕੀ ਹੈਗੀ। ਇਹਨੂੰ ਲੈ ਕੇ ਜਿਹੜੇ ਮੋਰਚੇ ਨੇ, ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜੇ ਬਰਨਾਲੇ ਦੀ ਗੱਲ ਕਰੀਏ ਤਾਂ ਜਿਵੇਂ ਪੱਕੇ ਮੋਰਚੇ ਜਿਹੜੇ ਚੱਲਦੇ ਨੇ ਟੋਲ ਪਲਾਜ਼ਿਆਂ ਤੇ ਬੀਜੇਪੀ ਆਗੂਆਂ ਦੇ ਘਰਾਂ ਅੱਗੇ, BK ਜੁਗਰਾਹਾਂ ਵੱਲੋਂ ਤੇ ਬਾਕੀ ਦੂਜੀਆਂ 31-32 ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਤੇ ਜਿਹੜਾ ਪੱਕਾ ਮੋਰਚਾ ਬਰਨਾਲੇ ਜ਼ਿਲ੍ਹੇ ਦਾ ਸੰਯੁਕਤ ਮੋਰਚੇ ਵੱਲੋਂ ਲਾਇਆ ਗਿਆ, ਉਹ ਮੋਰਚੇ ਜਿਉਂ ਦੀ ਤਿਉਂ ਚੱਲ ਰਹੇ ਜਿਸ ਤਰ੍ਹਾਂ ਪਹਿਲਾਂ ਚੱਲ ਰਹੇ ਸੀਗੇ। ਤੇ ਉੱਥੇ ਕਿਸਾਨਾਂ ਵੱਲੋਂ ਜਿਹੜੀ ਅੱਜ ਆ ਉਹ ਖੁਸ਼ੀ ਮਨਾਈ ਗਈ ਆ ਵੀ ਜਿਹੜੇ ਕਾਨੂੰਨ ਨੇ ਰੱਦ ਹੋਏ ਨੇ, ਤੇ ਦੂਜੇ ਪਾਸੇ ਕਿਸਾਨਾਂ ਦੀਆਂ ਜਿਹੜੀਆਂ ਹੋਰ ਮੰਗਾਂ ਨੇ, ਜਿਵੇਂ MSP ਦੀ ਗਰੰਟੀ ਵਾਲਾ ਕਾਨੂੰਨ ਦੀ ਮੰਗ ਆ, ਜਿਹੜੀ ਮੇਨ ਮੰਗ ਹੈਗੀ। ਦੂਸਰੀ ਮੰਗ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੀ ਮੁਆਵਜ਼ੇ ਦੀ ਮੰਗ ਆ, ਤੇ ਬਾਕੀ ਜਿਹੜੇ ਕਿਸਾਨਾਂ ਤੇ ਅੰਦੋਲਨ ਦੌਰਾਨ ਜਿਹੜੇ ਮਾਮਲੇ ਦਰਜ ਹੋਏ ਨੇ ਉਹ ਵਾਪਸ ਲੈਣ ਦੀ। ਉਹਨਾਂ ਦਾ ਕਹਿਣਾ ਵੀ ਇਹ ਜਿਹੜੀਆਂ ਤਿੰਨੇ ਮੰਗਾਂ ਨੇ ਸਰਕਾਰ ਜਿੰਨਾ ਚਿਰ ਮੰਗਦੀ ਨਹੀਂ ਵੀ ਮੋਰਚਾ ਜਿਹੜਾ ਇਸੇ ਤਰ੍ਹਾਂ ਚੱਲੂਗਾ, ਕਿਸੇ ਤਰ੍ਹਾਂ ਕੋਈ ਦਿੱਲੀ ਦੇ ਵਿੱਚ ਵੀ ਇਸੇ ਤਰ੍ਹਾਂ ਚੱਲੂਗਾ, ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਚੱਲੂਗਾ। ਪਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸੰਯੁਕਤ ਮੋਰਚੇ ਦੀ ਜਿਹੜੀ ਵੀ ਕਾਲ ਹੋਊਗੀ, ਉਹ ਚਾਹੇ ਕੱਲ ਆ ਜਾਏ ਚਾਹੇ 10 ਦਿਨਾਂ ਨੂੰ ਆ ਜਾਏ, ਜਾਣ ਵਾਲੀ ਜਾਂ ਜਿਹੜੇ ਪੱਕੇ ਮੋਰਚੇ ਜਿਹੜੇ ਉਹਨਾਂ ਨੂੰ ਚੱਕਣ ਦੀ, ਚਾਹੇ ਟੋਲ ਪਲਾਜ਼ਿਆਂ ਤੇ ਹੋਣ, ਚਾਹੇ ਮੌਲਾਂ ਮੂਹਰੇ ਹੋਣ, ਚਾਹੇ ਪੈਟਰੋਲ ਪੰਪਾਂ ਤੇ ਹੋਣ, ਉਹ ਜਿੰਨਾ ਚਿਰ ਵੀ ਸੰਯੁਕਤ ਮੋਰਚੇ ਦੀ ਕਾਲ ਨਹੀਂ ਆਉਂਦੀ ਉਹਨਾਂ ਚਿਰ ਉਹਨਾਂ ਦਾ ਕਹਿਣਾ ਹੈਗਾ ਵੀ ਇਸੇ ਤਰ੍ਹਾਂ ਜਿਹੜਾ ਜਾਰੀ ਰਹੂਗਾ। ਤੇ ਜਿਹੜਾ ਅੱਜ ਉਹਨਾਂ ਨੇ ਪ੍ਰੈਸ ਬਿਆਨ ਜਾਰੀ ਕੀਤਾ ਉਹਦੇ ਵਿੱਚ ਕਿਹਾ ਗਿਆ ਵੀ ਜਿਹੜੀ MSP ਤੇ ਜਿਹੜੀ ਕਮੇਟੀ ਹੈਗੀ ਤੇ ਉਹਦੀ ਬਣਤਰ ਆ ਜਾਂ ਉਹਦੀਆਂ ਸ਼ਰਤਾਂ ਨੇ, ਉਹਦੀ ਸਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਟੇਬਲ ਟਾਪ ਤੇ ਜਿਸ ਤਰ੍ਹਾਂ ਪਹਿਲਾਂ ਮੀਟਿੰਗਾਂ ਕੀਤੀਆਂ ਸੀ, ਮੀਟਿੰਗ ਕਰਕੇ ਉਸ ਤਰ੍ਹਾਂ ਉਹ ਕਮੇਟੀ ਦਾ ਜਿਹੜਾ ਗਠਨ ਕੀਤਾ ਜਾਵੇ। ਤੇ ਦੂਸਰੇ ਪਾਸੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਜਿਹੜਾ ਯੂਰੀਆ ਰੇਹ ਦੀ ਕਿੱਲਤ ਆ ਜਿਹੜੀ ਜਾਂ ਬਰਨਾਲੇ ਦੇ ਵਿੱਚ ਰੈਕ ਲੱਗਣ ਦੀ ਮੰਗ ਹੈ ਜਿਹੜੀ ਉਹ DAP ਤੋਂ ਬਾਅਦ ਹੁਣ ਯੂਰੀਆ ਦੀ ਵੀ ਕਿੱਲਤ ਆ ਗਈ ਜੀ। ਯੂਰੀਏ ਦੀ ਵੀ ਕਿੱਲਤ ਆ ਜੀ, ਥੋੜੀ ਬਹੁਤੀ ਕਿੱਲਤ ਆ, ਥੋੜੀ ਜਿਹੀ ਪੂਰੀ ਕਹਿ ਸਕਦੇ ਹਾਂ ਕਿਉਂਕਿ ਹੁਣ ਕਣਕ ਨੂੰ ਜਿਹੜਾ 20-22 ਦਿਨ ਹੋ ਗਏ ਪਹਿਲੇ ਪਾਣੀ ਤੇ ਜਿਹੜਾ ਯੂਰੀਆ ਪੈਣਾ ਹੁੰਦਾ, ਉਹ ਯੂਰੀਏ ਦੀ ਵੀ ਕਿੱਲਤ ਉਹਨਾਂ ਨੇ ਅੱਜ ਜ਼ਿਕਰ ਕੀਤਾ ਗਾ ਵੀ ਜਿਹੜਾ ਪੰਜਾਬ ਸਰਕਾਰ ਆ ਇਹਨੂੰ ਯਕੀਨੀ ਬਣਾਵੇ ਕੇਂਦਰ ਨਾਲ ਤਾਲਮੇਲ ਕਰਕੇ ਵੀ ਯੂਰੀਏ ਦੀ ਜਿਹੜੀ ਕਿੱਲਤ ਆ ਉਹ ਨਹੀਂ ਆਉਣੀ ਚਾਹੀਦੀ ਜੀ। ਤੇ ਸਿਆਸੀ ਮਾਹੌਲ ਕੀ ਹੈ ਜੀ? ਕਾਂਗਰਸ ਦੇ ਵਿੱਚ ਕਹਿੰਦੇ ਕਾਫੀ ਕਾਟੋ ਕਲੇਸ਼ ਹੈ। ਕਾਂਗਰਸ ਦੇ ਵਿੱਚ ਵੀ ਹੈ ਜੀ, ਉਹ ਤਕਰੀਬਨ ਕਾਂਗਰਸ 'ਚ ਕਹਿ ਸਕਦੇ ਹਾਂ ਜ਼ਿਆਦਾ ਕਾਟੋ ਕਲੇਸ਼ ਤਾਂ ਟਿਕਟਾਂ ਨੂੰ ਲੈ ਕੇ। ਜੇ ਬਰਨਾਲੇ ਦੀ ਗੱਲ ਕਰੀਏ, ਬਰਨਾਲੇ ਦੇ ਵਿੱਚ ਇੱਕ ਪਾਸੇ ਟਕਸਾਲੀ ਆਗੂ ਨੇ ਜਿਹੜੇ ਕੇਵਲ ਸਿੰਘ ਢਿੱਲੋਂ ਨਾਲ ਰੁੱਸੇ ਬੈਠੇ ਨੇ, ਅਲੱਗ ਚੱਲ ਰਹੇ ਨੇ, ਅਲੱਗ ਮੀਟਿੰਗਾਂ ਹੋ ਰਹੀਆਂ ਨੇ। ਤੇ ਜਿਵੇਂ ਮੁੱਖ ਮੰਤਰੀ ਦਾ ਪ੍ਰੋਗਰਾਮ ਹੋ ਕੇ ਹਟਿਆ, ਉਹ ਜਿਹੜੇ ਬਰਨਾਲੇ ਦੇ ਜਿਹੜੇ ਰੁੱਸੇ ਹੋਏ ਆਗੂ ਨੇ, ਟਕਸਾਲੀ ਕਹਿੰਦੇ ਨੇ ਆਪਣੇ ਆਪ ਨੂੰ, ਤੇ ਜਾਂ ਹੈਗੇ ਵੀ ਨੇ, ਉਹ ਕੇਵਲ ਸਿੰਘ ਢਿੱਲੋਂ ਤੋਂ ਨਾਰਾਜ਼ ਚੱਲ ਰਹੇ ਨੇ। ਉਹਨਾਂ ਦਾ ਕਹਿਣਾ ਗਾ ਵੀ ਇਹ ਜਿਹੜਾ ਇਸ ਵਾਰ ਟਿਕਟ ਆ ਜਿਹੜੀ ਉਹਨਾਂ ਨੂੰ ਨਾ ਦਿੱਤੀ ਜਾਵੇ, ਬਦਲੀ ਜਾਵੇ। ਪਰ ਦੂਸਰੇ ਪਾਸੇ ਮੁੱਖ ਮੰਤਰੀ ਜਿਹੜਾ ਇਹ ਵੀ ਉਹਨੇ ਸਟੇਜ ਤੋਂ ਐਲਾਨ ਕਰਕੇ ਵੀ ਜਦੋਂ ਮੈਨੂੰ ਕਾਂਗਰਸ ਵੱਲੋਂ ਟਿਕਟ ਮਿਲੀ ਸੀਗੀ, ਪਹਿਲਾਂ ਮੈਂ ਆਜ਼ਾਦ ਜਿੱਤਿਆ ਸੀ, ਦੂਸਰੀ ਵਾਰ ਚਮਕੌਰ ਸਾਹਿਬ ਤੇ ਪਹਿਲੀ ਮੈਨੂੰ ਕਾਂਗਰਸ ਦੀ ਟਿਕਟ ਮਿਲੀ ਸੀ, ਤਾਂ ਉਹਦੇ ਵਿੱਚ ਕੇਵਲ ਸਿੰਘ ਢਿੱਲੋਂ ਦਾ ਵੀ ਵੱਡਾ ਯੋਗਦਾਨ ਸੀ। ਉੱਥੋਂ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਕੇਵਲ ਸਿੰਘ ਢਿੱਲੋਂ ਦੇ ਹੱਥ 'ਚ ਬੋਲ ਕੇ ਗਏ ਨੇ। ਤੇ ਦੂਜੇ ਪਾਸੇ ਅੱਜ ਫੇਰ ਉਹਨਾਂ ਨੇ ਮੀਡੀਆ ਤੋਂ ਤਾਂ ਦੂਰੀ ਬਣਾਈ ਰੱਖੀ। ਇੱਕ ਮੀਟਿੰਗ ਹੋਰ ਆ ਜਿਹੜੀ ਉਹ ਵੀ ਟਕਸਾਲੀ ਵਰਕਰਾਂ ਵੱਲੋਂ ਪੈਲਸ ਦੇ ਵਿੱਚ ਇੱਕ ਭਰਵੀਂ ਮੀਟਿੰਗ ਕੀਤੀ ਗਈ ਆ। ਤੇ ਇਸੇ ਤਰ੍ਹਾਂ ਹੀ ਅਕਾਲੀ ਦਲ ਦੇ ਜਿਹੜੇ ਤਕਰੀਬਨ ਇੱਥੇ 2 ਹਲਕੇ ਨੇ, ਇੱਕ ਤਾਂ BSP ਨੂੰ ਮਹਿਲ ਕਲਾਂ ਛੱਡ ਦਿੱਤਾ ਗਿਆ, ਉਹਨਾਂ ਵੱਲੋਂ ਵੀ ਜਿਹੜੀਆਂ ਮੀਟਿੰਗਾਂ ਨੇ ਪਿੰਡਾਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਆਪਦੇ ਵਰਕਰਾਂ ਨਾਲ ਤੇ ਲੋਕਾਂ ਨਾਲ, ਕਿਉਂਕਿ ਸਮਾਂ ਥੋੜਾ ਰਹਿੰਦਾ ਗਾ, ਤਾਲਮੇਲ ਵਧਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਆ। ਆਮ ਆਦਮੀ ਪਾਰਟੀ ਦੇ ਕਿਉਂਕਿ ਜਿਹੜੇ 2 ਇੱਥੋਂ ਦੇ ਵਿਧਾਇਕ ਨੇ, ਮੀਤ ਹੈਰ ਬਰਨਾਲੇ ਤੋਂ ਤੇ ਕੁਲਵੰਤ ਪੰਡੋਰੀ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਚੁੱਕੀਆਂ ਤੇ ਉਹਨਾਂ ਨੇ ਕੱਲ ਮਹਿਲ ਕਲਾਂ ਦੇ ਵਿੱਚ ਵੀ ਭਰਵੀਂ ਮੀਟਿੰਗ ਕੀਤੀ ਸੀ ਵਰਕਰਾਂ ਨਾਲ। ਅੱਜ ਬਰਨਾਲਾ ਦੇ ਵਿੱਚ ਮੀਤ ਹੈਰ ਦੀ ਅਗਵਾਈ 'ਚ ਵੀ ਮੀਟਿੰਗ ਹੋਈ ਹੈਗੀ ਚੋਣਾਂ ਦੀ ਤਿਆਰੀ ਨੂੰ ਲੈ ਕੇ। ਬਾਕੀ ਜਿਸ ਤਰ੍ਹਾਂ ਲੱਗ ਰਿਹਾ ਵੀ 15-20 ਦਿਨਾਂ ਦੇ ਵਿੱਚ ਵੀ ਜੇ ਸਹੀ ਟਾਈਮ ਤੇ ਚੋਣਾਂ ਹੁੰਦੀਆਂ ਫਰਵਰੀ ਦੇ ਪਹਿਲੇ ਹਫ਼ਤੇ, ਤਾਂ ਕੋਡ ਆਫ ਕੰਡਕਟ ਵੀ 20 ਤੋਂ 25 ਦੇ ਵਿੱਚ ਲੱਗ ਜਾਣਾ। ਤੇ ਉਸ ਤੋਂ ਬਾਅਦ ਸਰਗਰਮੀ ਹੈ ਜਿਹੜੀ ਉਹ ਲਗਾਤਾਰ ਆ ਜਿਹੜੀ ਉਹ ਤੇਜ਼ ਹੋਣੀ ਸ਼ੁਰੂ ਹੋ ਗਈ। ਤਕਰੀਬਨ ਰੋਜ਼ ਸਾਰੀਆਂ ਪਾਰਟੀਆਂ ਨੇ 7 ਦਸੰਬਰ ਨੂੰ ਤਪੇ ਦੇ ਵਿੱਚ ਅਕਾਲੀ ਦਲ ਵੱਲੋਂ ਰੈਲੀ ਰੱਖੀ ਗਈ ਹੈ। ਉਹ ਰੈਲੀ ਦੀਆਂ ਤਿਆਰੀਆਂ ਵੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਸਤਨਾਮ ਸਿੰਘ ਰਾਹੀ ਉਹ ਕਰ ਰਹੇ ਨੇ। ਇਸ ਤਰ੍ਹਾਂ ਜਿਹੜਾ ਕਿਸਾਨ ਅੰਦੋਲਨ ਜੇ ਸਮਾਪਤ ਹੁੰਦਾ ਤਾਂ ਉਹਦੇ ਨਾਲ ਦੀ ਨਾਲ ਜਿਹੜਾ ਕਿਉਂਕਿ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਪਹਿਲਾਂ ਤਾਂ ਘਰਾਓ ਦਾ ਚੱਲਦਾ ਸੀ ਵੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਿੰਡਾਂ 'ਚ ਪਾਉਂਦੀ ਸੀ, ਪਰ ਉਹ ਦੁਬਾਰਾ ਲੱਗ ਰਿਹਾ ਵੀ ਉਸੇ ਤਰ੍ਹਾਂ ਜਿਹੜਾ ਮਾਹੌਲ ਆ ਸਿਆਸੀ ਚੋਣਾਂ ਜਿਵੇਂ ਜਿਵੇਂ ਨੇੜੇ ਆਈ ਜਾਂਦੀਆਂ, ਜਿਹੜਾ ਮਾਹੌਲ ਆ ਉਹ ਗਰਮ ਹੁੰਦਾ ਜਾਊਗਾ। ਜੀ। ਤੇ ਬਾਕੀ ਮੌਸਮ ਦਾ ਕੀ ਹਾਲ ਹੈ ਜੀ? ਮੌਸਮ ਜੀ ਥੋੜੀ ਜਿਹੜੀ ਠੰਡ ਆ ਗਈ ਉਹ ਵੱਧ ਰਹੀ ਹੈਗੀ, ਕਿਉਂਕਿ ਠੰਡ ਦੀ ਜਿਹੜੀ ਰੁੱਤ ਆ ਗਈ, ਕਿਉਂਕਿ ਹੁਣ
ਕਣਕ ਦੀ ਜਿਹੜੀ ਬਿਜਾਈ ਆ ਉਹ ਲਗਭਗ ਪੂਰੀ ਹੋ ਚੁੱਕੀ ਹੈਗੀ। ਕਣਕ ਨੂੰ ਜਿਹੜਾ ਪਹਿਲਾਂ ਪਾਣੀ ਲਾਇਆ ਜਾ ਰਿਹਾ, ਥੋੜੀ ਥੋੜੀ ਧੁੰਦ ਵੀ ਸਵੇਰੇ ਸਵੇਰੇ ਖੇਤਾਂ ਦੇ ਵਿੱਚ ਤਾਂ ਦੇਖਣ ਨੂੰ ਮਿਲਦੀ ਹੈ, ਇੱਥੇ ਪਾਣੀ ਚੱਲਦਾ ਗਾ, ਤੇ ਥੋੜੀ ਥੋੜੀ ਮੱਠੀ ਮੱਠੀ ਜਿਹੜੀ ਠੰਡ ਹੈਗੀ ਉਹ ਰਫਤਾਰ ਆ ਜਿਹੜੀ ਉਹ ਫੜ ਰਹੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਤੇ ਮੇਰੇ ਨਾਲ ਹੁਣ ਬਠਿੰਡਾ ਤੋਂ ਅਮਨਦੀਪ ਸਿੰਘ ਗੋਸਲ ਜੁੜ ਗਏ ਨੇ। ਗੋਸਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੋਸਲ ਸਾਹਿਬ, ਬਠਿੰਡਾ ਤਾਂ ਮੈਨੂੰ ਲੱਗਦਾ ਧਰਨਿਆਂ ਦਾ ਸ਼ਹਿਰ ਬਣ ਗਿਆ, ਇਹਦਾ ਨਾਂ ਹੀ ਬਦਲ ਦੇਣਾ ਚਾਹੀਦਾ ਹੈ। ਮੈਨੂੰ ਲੱਗਦਾ ਸੜਕਾਂ ਦੋ ਨੇ ਬਠਿੰਡੇ ਦੀਆਂ, ਇੱਕ ਮੇਨ ਮਾਨਸਾ ਆਪਣੇ ਰੋਡ ਜਿਹਨੂੰ ਆਪਾਂ ਗੁਰੂ ਕਾਸ਼ੀ ਮਾਰਗ ਕਹਿ ਦਿੰਦੇ, ਤੇ ਇੱਕ 100 ਫੁੱਟੀ ਸੜਕ। ਦੋ ਹੀ ਸੜਕਾਂ ਨੇ ਜਿਹੜੀਆਂ ਬਠਿੰਡੇ ਦੇ ਵਿੱਚ ਦੀ ਲੰਘਦੀਆਂ, ਤੇ ਟੇਢੀ ਤਾਂ ਕੋਈ ਲੰਘਦੀ ਨਹੀਂ। ਤੇ ਤੁਸੀਂ ਸਿਆਣੇ, ਜਦੋਂ ਵਿਚਾਲੇ ਜੇ ਰੋਕ ਲੈਂਦੇ ਤੇ ਫਿਰ ਬਠਿੰਡਾ ਜਿਹੜਾ ਬੁਰਾ ਹਾਲ ਹੋ ਜਾਂਦਾ, ਸਾਹ ਬੰਦ ਹੋ ਜਾਂਦਾ। ਧਰਨੇ ਤੇ ਧਰਨਾ, ਦੇ ਧਰਨੇ ਤੇ ਧਰਨਾ। ਜੀ ਬਿਲਕੁਲ, ਜੇ ਆਪਾਂ ਗੱਲ ਕਰੀਏ ਧਰਨਿਆਂ ਦੀ, ਤਾਂ ਚੰਡੀਗੜ੍ਹ ਤੋਂ ਬਾਅਦ ਦੂਜਾ ਸ਼ਹਿਰ ਹੈ ਜਿਹੜਾ ਪੰਜਾਬ ਦਾ ਜਿੱਥੇ ਸਭ ਤੋਂ ਵੱਧ ਧਰਨੇ ਲੱਗ ਰਹੇ। ਉਸਦਾ ਜਿਹੜਾ ਵੱਡਾ ਕਾਰਨ ਇਹ ਮੰਨਿਆ ਜਾਂਦਾ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਤੋਂ ਉਹ ਜਿਹੜੇ ਹੈਗਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸੀਗੇ, ਅਤੇ ਇਹਨਾਂ ਨੂੰ ਜਿਹੜਾ ਹੈਗਾ ਕਿਸੇ ਹੱਦ ਤੱਕ ਜਿਹੜਾ ਹੈਗਾ ਮੰਗਾਂ ਮਨਵਾਉਣ ਲਈ, ਰਾਜੀ ਕਰਨ ਲਈ ਜਿਹੜਾ ਹੈਗਾ ਪ੍ਰਦਰਸ਼ਨਕਾਰੀਆਂ ਨੇ ਹੁਣ ਬਠਿੰਡੇ ਵੱਲ ਦਾ ਜਿਹੜਾ ਹੈਗਾ ਰੁਖ ਕੀਤਾ ਹੈਗਾ। ਤੇ ਅੱਜ ਜਿਹੜੇ ਦੋ ਆਪਾਂ ਵੱਡੇ ਧਰਨਿਆਂ ਦੀ ਗੱਲ ਕਰੀਏ, ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ 'ਚ ਅੱਜ ਦੋ ਜਗ੍ਹਾ ਜਿਹੜਾ ਹੈਗਾ ਨੈਸ਼ਨਲ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ, ਤੇ ਉਹ ਇੱਕ ਜਗ੍ਹਾ ਸੀ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕਰਨ ਦੀ। ਜੀ। ਤੇ ਠੇਕਾ ਮੁਲਾਜ਼ਮਾਂ ਵੱਲੋਂ ਲਗਾਤਾਰ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਹੱਕੀ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ। ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਜਿਹੜਾ ਉਹਨਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ। ਤੇ ਅੱਜ ਬਠਿੰਡਾ ਦੇ ਥਾਣਾ ਕੈਂਟ ਨੇੜੇ ਜਿਹੜਾ ਹੈਗਾ ਇਹਨਾਂ ਨੇ ਦੋਨੇ ਜਿਹੜੀਆਂ ਅਪ ਡਾਊਨ ਜਿਹੜੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੇ ਉਹ ਜਾਮ ਕਰ ਦਿੱਤੀਆਂ। ਪਰਿਵਾਰਾਂ ਸਾਨੇ ਪ੍ਰਦਰਸ਼ਨ ਕਰ ਰਹੇ ਇਹਨਾਂ ਠੇਕਾ ਮੁਲਾਜ਼ਮਾਂ ਨੇ ਜਿਹੜੀ ਹੈਗੀ ਹੈ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋਈ, ਪਰ ਉਹਨਾਂ ਦੀ ਜਿਹੜੀ ਹੈਗੀ ਹੈ ਸੁਣਵਾਈ ਨਾ ਹੁੰਦੀ। ਦੇਖ ਉਹਨਾਂ ਕਿਹਾ ਵੀ ਜਿਹੜਾ ਸਰਕਾਰ ਸਾਨੂੰ ਲਗਾਤਾਰ ਮੀਟਿੰਗਾਂ ਲਈ ਸਮਾਂ ਜ਼ਰੂਰ ਦੇ ਰਹੀ ਹੈ, ਪਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਮਜਬੂਰਨ ਉਹਨਾਂ ਨੂੰ ਹੁਣ ਸੜਕਾਂ ਤੇ ਉਤਰਨਾ ਪੈ ਰਿਹਾ, ਤੇ ਆਉਂਦੇ ਦਿਨਾਂ 'ਚ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਜੀ। ਤੇ ਰਜਿੰਦਰਾ ਕਾਲਜ ਦੇ ਪ੍ਰੋਫੈਸਰਾਂ ਨੇ ਜਿਹੜਾ ਜੀ ਚੰਨੀ ਸਰਕਾਰ ਦੇ ਜਿਹੜੇ ਲੋਲੀਪੌਪ ਵੰਡੇ ਆ, ਕਹਿੰਦੇ ਉਹਨਾਂ ਨੇ ਵੀ ਲੋਲੀਪੌਪ ਵੰਡੇ ਫਿਰ ਲੋਕਾਂ ਨੂੰ, ਪ੍ਰੋਫੈਸਰਾਂ ਨੇ। ਜੀ ਬਿਲਕੁਲ। ਦੇਖੋ ਵਿਰਾਸਤ ਹੀ ਦੇਖੋ ਆਪਣੇ ਦੇਸ਼ ਦੀ, ਪਿਛਲੇ 20 ਸਾਲਾਂ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਪ੍ਰੋਫੈਸਰ ਨੇ ਅੱਜ ਆਪਣਾ ਰੁਜ਼ਗਾਰ ਬਚਾਉਣ ਲਈ ਜਿਹੜਾ ਹੈਗਾ ਸੰਘਰਸ਼ ਕਰ ਰਹੇ। ਇੱਕ ਪਾਸੇ ਜਿਹੜੇ ਹੈਗਾ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੀ, ਪਰ ਇਹਨਾਂ ਦੀ ਨੌਕਰੀ ਹੁਣ ਇਹਨਾਂ ਨੂੰ ਜਿਹੜਾ ਹੈਗਾ ਜਿਹੜਾ ਹੱਥੋਂ ਨਿਕਲਦੀ ਨਜ਼ਰ ਆ ਰਹੀ ਹੈ, ਕਿਉਂਕਿ ਸਰਕਾਰ ਵੱਲੋਂ ਨਵੀਂ ਭਰਤੀ ਜ਼ਰੂਰ ਖੋਲ ਦਿੱਤੀ ਗਈ ਹੈ, ਪਰ ਪੁਰਾਣੇ ਜਿਹੜੇ ਆਪਣਾ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਪ੍ਰੋਫੈਸਰ ਨੇ ਇਹਨਾਂ ਸੰਬੰਧੀ ਕੋਈ ਜਿਹੜਾ ਉਹਨਾਂ ਵੱਲੋਂ ਫੈਸਲਾ ਨਹੀਂ ਲਿਆ ਗਿਆ, ਤੇ ਬਕਾਇਦਾ ਉਹਨਾਂ ਨੂੰ ਜਿਹੜੀ ਹਦਾਇਤ ਦਿੱਤੀ ਗਈ ਵੀ ਤੁਸੀਂ ਫਿਰ ਤੋਂ ਜਿਹੜਾ ਹੈਗਾ ਆਪਣਾ ਟੈਸਟ ਦਿਓ, ਤੇ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ ਉਸ ਹਿਸਾਬ ਨਾਲ ਜਿਹੜਾ ਹੈਗਾ ਦੁਬਾਰਾ ਤੁਹਾਨੂੰ ਅਸੀਂ ਰੀਜੁਆਇਨ ਕਰਾਵਾਂਗੇ। ਜਿਸ ਨੂੰ ਲੈ ਕੇ ਇਹਨਾਂ ਅਧਿਆਪਕਾਂ ਵੱਲੋਂ ਕਰੀਬ ਪਿਛਲੇ 1 ਮਹੀਨੇ ਤੋਂ ਲਗਾਤਾਰ ਵੱਖ-ਵੱਖ ਤਰੀਕਿਆਂ ਨਾਲ ਜਿਹੜਾ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਅੱਜ ਇਹਨਾਂ ਵੱਲੋਂ ਬਠਿੰਡਾ ਦੇ ਰਜਿੰਦਰਾ ਕਾਲਜ ਦੇ ਸਾਹਮਣੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਚੰਨੀ ਸਰਕਾਰ ਦੇ ਲੋਲੀਪੌਪ ਵੰਡੇ ਗਏ ਨੇ, ਜੋ ਕਿ ਇੱਕ ਦਿਨ ਕਿਤੇ ਜਿਹੜਾ ਹੈਗਾ ਇਹ ਸਰਕਾਰ ਖਿਲਾਫ ਵੱਧ ਰਹੇ ਰੋਹ ਦਾ ਆਪਾਂ ਵੱਡਾ ਜਿਹੜਾ ਆਪਾਂ ਮੰਨ ਸਕਦੇ ਹਾਂ ਪ੍ਰਦਰਸ਼ਨ ਸੀਗਾ। ਤੇ ਇਹਨਾਂ ਪ੍ਰੋਫੈਸਰਾਂ ਦਾ ਕਹਿਣਾ ਵੀ ਅਸੀਂ ਚੰਗੇ ਭਵਿੱਖ ਜਿਹੜੇ ਵਿਦਿਆਰਥੀਆਂ ਦਾ ਬਣਾਉਣ ਵਾਸਤੇ ਪਿਛਲੇ 10-12 ਸਾਲਾਂ ਤੋਂ ਲਗਾਤਾਰ ਮਿਹਨਤ ਕਰ ਰਹੇ ਹਾਂ, ਪਰ ਅੱਜ ਸਾਨੂੰ ਆਪਦਾ ਭਵਿੱਖ ਧੁੰਦਲਾ ਰਿਹਾ ਨਜ਼ਰ ਆ ਰਿਹਾ, ਸਾਡੇ ਬੱਚਿਆਂ ਦਾ ਭਵਿੱਖ ਸਾਨੂੰ ਧੁੰਦਲਾ ਨਜ਼ਰ ਆ ਰਿਹਾ। ਜੀ। ਸੋ ਮੌਸਮ ਵਗੈਰਾ ਦੀ ਕੀ ਸਥਿਤੀ ਹੈ ਜੀ? ਕੋਈ ਧੁੰਦ ਠੰਡ ਵਗੈਰਾ ਦੀ ਕੀ ਹੈ? ਦੇਖੋ ਮੌਸਮ ਜਿਹੜਾ ਹੈਗਾ ਤਬਦੀਲੀ ਆਈ ਹੋਈ ਹੈ ਜੀ। ਫਿਲਹਾਲ ਦੀ ਜੇ ਆਪਾਂ ਗੱਲ ਕਰੀਏ ਹਲਕੀ ਹਲਕੀ ਠੰਡ ਪੈ ਰਹੀ ਹੈ, ਤੇ ਥੋੜਾ ਸਵੇਰੇ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਜੇ ਆਪਾਂ ਗੱਲ ਕਰੀਏ ਪ੍ਰਦੂਸ਼ਣ ਦੀ, ਤਾਂ ਸ਼ਾਮ ਨੂੰ ਥੋੜਾ ਜਿਹਾ ਪ੍ਰਦੂਸ਼ਣ ਜ਼ਰੂਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ। ਆਪਾਂ ਗੱਲ ਕਰੀਏ ਵੀ ਖੰਘ ਤੇ ਜ਼ੁਕਾਮ ਆਮ ਹੀ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਆਮ ਵਿਅਕਤੀਆਂ 'ਚ। ਫਿਲਹਾਲ ਡਾਕਟਰਾਂ ਵੱਲੋਂ ਵੀ ਜਿਵੇਂ ਕਿਹਾ ਜਾਂਦਾ ਵੀ ਠੰਡ ਜ਼ਿਆਦਾ ਆਉਂਦੀ ਅਟੈਕ ਕਰਦੀ ਹੈ ਜਾਂ ਜਾਂਦੀ ਅਟੈਕ ਕਰਦੀ ਹੈ, ਤਾਂ ਲੋਕਾਂ ਨੂੰ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਮੌਸਮ ਇੱਕੋ ਦਮ ਤਬਦੀਲ ਹੋ ਰਿਹਾ ਤੇ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਸੋ ਬਹੁਤ ਸ਼ੁਕਰੀਆ ਜੀ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਫਿਰ ਮੁਲਾਕਾਤ ਕੱਲ੍ਹ ਨੂੰ ਹੋਏਗੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸ਼ਮਾਦਾਨ।